ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। 1 ਸਤੰਬਰ ਇੱਕ ਐਸਾ ਦਿਨ ਹੈ ਜਿਸ ਦਿਨ ਦੀ ਮਹੱਤਤਾ ਅਸੀਂ ਜੇਕਰ ਇਤਿਹਾਸ ਦੇ ਪੰਨਿਆਂ 'ਚੋਂ ਦੇਖ ਕੇ ਅੱਜ ਦੇ ਸਮੇਂ ਦੇ ਸੰਦਰਭ 'ਚ ਵਿਚਾਰੀਏ ਤਾਂ ਬਹੁਤ ਅਹਿਮ ਹੈ। ਪਰ ਅਫਸੋਸ ਹੈ ਕਿ ਸਾਡੀ ਇਤਿਹਾਸ ਪੜ੍ਹਨ ਦੀ ਬਿਰਤੀ ਜਾਂ ਸਾਡੇ ਜੋ ਸਮਕਾਲੀ ਹਾਲਾਤ ਹੈ ਉਹਨਾਂ ਨੂੰ ਜਾਣਨ ਦੀ ਬਿਰਤੀ ਦਿਨ ਬ ਦਿਨ ਘਟਦੀ ਜਾ ਰਹੀ ਹੈ। 1 ਸਤੰਬਰ ਨੂੰ ਇੱਕ ਮਹਾਨ ਸ਼ਖਸੀਅਤ ਜਿਹੜੀ ਕਿ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਭਾਰਤ ਤੱਕ ਜਿਸ ਦੀ ਗੱਲ ਹੋਣੀ ਚਾਹੀਦੀ ਹੈ, ਉਹਨਾਂ ਦੇ ਨਾਲ ਜੁੜੇ ਇਤਿਹਾਸ ਦੀ ਗਾਥਾ ਹੈ। ਉਹਨੇ ਸ਼ਹੀਦ ਕਰਮ ਸਿੰਘ ਬੱਬਰ, ਸ਼ਹੀਦ ਕਰਮ ਸਿੰਘ ਦੌਲਤਪੁਰ ਬੱਬਰ ਅਕਾਲੀ ਲਹਿਰ ਦੇ ਮਹਾਨ ਯੋਧੇ, ਜਿਨ੍ਹਾਂ ਦੀ ਜੇਕਰ ਇਤਿਹਾਸਿਕ ਦੇਣ ਨੂੰ ਵਿਚਾਰੀਏ ਤਾਂ ਉਹ ਇੱਕ ਬੜੀ ਵੱਡੀ ਹੈ। ਗਦਰ ਲਹਿਰ ਦੀ ਗੱਲ ਕਰੀਏ, ਬੱਬਰ ਅਕਾਲੀ ਲਹਿਰ ਦੀ ਗੱਲ ਕਰੀਏ, ਜਾਂ ਉਹਨਾਂ ਦੇ ਨਾਲ ਨਾਲ ਕਰਮ ਸਿੰਘ ਦੌਲਤਪੁਰ ਹੋਰਾਂ ਦੀ ਜੋ ਕੁੱਲ ਮਿਲਾ ਕੇ ਆਪਣੀ ਇਤਿਹਾਸਕ ਵਿਰਾਸਤ ਹੈ ਉਸ ਦੀ ਗੱਲ ਕਰੀਏ, ਬਹੁਤ ਵੱਡੀ ਗੱਲ ਹੈ। ਸੋ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਮਰਪਿਤ ਕਰਾਂਗੇ 1 ਸਤੰਬਰ ਸੰਨ 1923 ਨੂੰ ਪੰਜਾਬ ਜਾ ਕੇ ਬੱਬਰ ਅਕਾਲੀ ਯੋਧੇ ਸ਼ਹੀਦ ਕਰਮ ਸਿੰਘ ਹੋਰਾਂ ਨੇ ਸ਼ਹਾਦਤ ਅੰਜਾਮ ਕੀਤਾ। ਪਰ ਉਹ ਕਿਸ ਤਰੀਕੇ ਨਾਲ ਕੈਨੇਡਾ ਆਏ, ਕਿਵੇਂ ਉਹਨਾਂ ਨੇ ਇੱਥੇ ਸਟਰਗਲ ਕੀਤਾ, ਕਿਸ ਤਰੀਕੇ ਨਾਲ ਉਹ ਵਾਪਸ ਭਾਰਤ ਗਏ, ਕੀ ਉੱਥੇ ਜਾ ਕੇ ਕੀਤਾ। ਅੱਜ ਦੀ ਜੋ ਆਜ਼ਾਦ ਭਾਰਤ ਦੀ ਹਕੂਮਤ ਹੈ, ਕੀ ਉਹਨਾਂ ਗਦਰੀ ਯੋਧਿਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ, ਜਾਂ ਉਹਨਾਂ ਨੇ ਜੋ ਕੁਝ ਕੀਤਾ ਉਹਨਾਂ 'ਤੇ ਫੁੱਲ ਚੜ੍ਹਾ ਰਹੀ ਹੈ, ਜਾਂ ਉਹਨਾਂ ਦੀ ਸੋਚ ਦੇ ਬਿਲਕੁਲ ਵਿਪਰੀਤ ਸਾਰਾ ਕੁਝ ਹੋ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਅਤੇ ਸਾਡੇ ਨਾਲ ਮਹਿਮਾਨ ਸ਼ਖਸੀਅਤ ਵਜੋਂ ਸ਼ਾਮਲ ਨੇ ਪੱਤਰਕਾਰ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਰ ਸਿੰਘ ਜੀ, ਐਡੇ ਮਹਾਨ ਯੋਧੇ ਬਾਰੇ ਗੱਲਬਾਤ ਕਰਨ ਲਈ ਮੌਕਾ ਦੇ ਰਹੇ ਹੋ, ਮੈਂ ਤੁਹਾਡਾ ਰਿਣੀ ਹਾਂ। ਬਹੁਤ ਸ਼ੁਕਰੀਆ ਜੀ। ਕਰਮ ਸਿੰਘ ਥਾਂਦੀ ਦੌਲਤਪੁਰ ਪਿੰਡ ਜੋ ਕੈਨੇਡਾ ਦੇ ਧਰਤੀ 'ਤੇ ਵੀ ਆਏ ਅਤੇ ਬੜੀ ਵੱਡੀ ਦੇਣ ਸੀ। ਇੱਕ ਐਸੇ ਮਹਾਨ ਯੋਧੇ ਨੇ ਜਿਨ੍ਹਾਂ ਦੇ ਬਾਰੇ ਬਹੁਤ ਘੱਟ ਗੱਲਬਾਤ ਹੋਈ ਹੈ, ਪਰ ਵੱਡੀ ਉਹਨਾਂ ਦੀ ਦੇਣ ਹੈ ਅਤੇ ਉਹਨਾਂ ਨੇ ਭਾਰਤ ਦੀਆਂ ਉਹਨਾਂ ਲਹਿਰਾਂ ਨੂੰ ਸਹੀ ਦਿਸ਼ਾ ਦਿੱਤੀ ਜਿਹੜੀਆਂ ਕਿ ਉਸ ਵੇਲੇ ਟੋਡੀਆਂ ਦੇ ਖਿਲਾਫ, ਸਰਕਾਰਾਂ ਦੇ ਖਿਲਾਫ, ਸਥਾਪਤੀ ਦੇ ਖਿਲਾਫ ਸਨ। ਸੋ ਅਸੀਂ ਉਹਨਾਂ ਦੇ ਜੀਵਨ ਆਰੰਭ ਸਫ਼ਰ ਤੋਂ ਗੱਲਬਾਤ ਕਰਨੀ ਚਾਹਾਂਗੇ। ਸੋ ਉਹਨਾਂ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਕੁਦਰਤ ਸਿੰਘ, ਇਸ ਤਰ੍ਹਾਂ ਕਿ ਦੇਖੋ, ਕਰਮ ਸਿੰਘ ਦੌਲਤਪੁਰ ਨੇ ਥੋੜ੍ਹੇ ਟਾਈਮ ਲਈ ਫੌਜ 'ਚ ਵੀ ਕੰਮ ਕੀਤਾ ਸੀ, ਬਰਤਾਨਵੀ ਫੌਜ ਵਿੱਚ, ਜਿਸ ਤੋਂ ਬਾਅਦ ਉਹ ਤਕਰੀਬਨ 1907 ਵਿੱਚ ਕੈਨੇਡਾ ਆ ਗਏ ਸੀ। ਇਹ ਉਹ ਦੌਰ ਸੀ ਜਦੋਂ ਬਹੁਤ ਸਾਰੇ ਸਿੱਖ ਬਜ਼ੁਰਗ ਜਿਹੜੇ ਬਰਤਾਨਵੀ ਫੌਜ ਲਈ ਕੰਮ ਕਰਦੇ ਸੀ ਜਾਂ ਨਹੀਂ ਸੀ ਕਰਦੇ, ਉਹ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਕੈਨੇਡਾ ਆ ਰਹੇ ਸੀਗੇ। ਉਹਨਾਂ ਵਿੱਚ ਉਹ ਵੀ ਸ਼ਾਮਲ ਸੀ। ਇੱਥੇ ਆ ਕੇ ਜਿਹੜਾ ਕਰਮ ਸਿੰਘ ਦੌਲਤਪੁਰ ਨੇ ਕਾਫੀ ਹੱਡ-ਭੰਨਵੀਂ ਮਿਹਨਤ ਕੀਤੀ ਆ, ਖੇਤੀਬਾੜੀ ਲਈ ਜ਼ਮੀਨ ਵੀ ਲੈ ਲਈ, ਜਿਹੜੀ ਮਾਈਨਿੰਗ ਕੰਪਨੀ ਖੜੀ ਕੀਤੀ ਸੀ ਸਿੱਖ ਬਾਬਿਆਂ ਨੇ, ਉਹਦੇ ਵਿੱਚ ਵੀ ਹਿੱਸੇਦਾਰ ਸੀਗੇ। ਜਿਹੜੀ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਦੋਂ ਗਦਰ ਪਾਰਟੀ ਦੀ ਸਥਾਪਨਾ ਹੋਈ 1913 'ਚ, ਸੋ ਗਦਰ ਪਾਰਟੀ ਦੇ ਮੈਂਬਰ ਬਣੇ। ਗਦਰ ਅਖਬਾਰ ਮੰਗਵਾ ਕੇ ਪੜ੍ਹਦੇ ਸੀ ਸ਼ਿੱਦਤ ਦੇ ਨਾਲ। ਗਦਰ ਪਾਰਟੀ ਦੀ ਜਦੋਂ ਸਥਾਪਨਾ 1913 'ਚ ਹੋਈ ਹੈ ਅਤੇ 14 ਵਿੱਚ ਐਲਾਨ ਕੀਤਾ ਗਿਆ ਕਿ ਅਸੀਂ ਹੁਣ ਭਾਰਤ ਵਾਪਸ ਜਾਣਾ, ਉੱਥੇ ਗਦਰ ਮਚਾਉਣਾ, ਬਰਤਾਨਵੀਆਂ ਨੂੰ ਜਿਹੜਾ ਹੈ ਹਥਿਆਰਬੰਦ ਲੜਾਈ ਦੇ ਮਤਲਬ ਹਥਿਆਰਬੰਦ ਇਨਕਲਾਬ ਕਰਕੇ ਉੱਥੋਂ ਕੱਢਾਂਗੇ। ਸੋ ਇਹ ਬੜੀ ਬਹਾਦਰੀ ਨਾਲ ਵਾਪਸ ਮੁੜੇ, ਪਰ ਇਹ ਦ੍ਰਿੜ ਇਰਾਦੇ ਨਾਲ ਗਏ ਸੀ ਇੱਥੋਂ। ਉਹਨਾਂ ਨੇ ਧਾਰ ਲਿਆ ਸੀ ਕਿ ਮੈਂ ਜੇ ਗਿਆ ਉੱਥੇ ਮੌਤ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਾਂ। ਸੋ ਉਹਨਾਂ ਨੇ ਬਤੌਰ ਗਦਰੀ ਜਦੋਂ ਵਾਪਸ ਕੂਚ ਕੀਤਾ ਭਾਰਤ ਵੱਲ ਨੂੰ, ਯਕੀਨੀ ਬਣਾਇਆ ਕਿ ਜੇ ਮੈਂ ਵਾਪਸ ਨਾ ਮੁੜ ਸਕਿਆ ਆਪਣੇ ਮਿਸ਼ਨ ਵਿੱਚ, ਮੈਂ ਕਿਸੇ ਪਾਸੇ ਮੇਰੀ ਜਾਨ ਵੀ ਚਲੀ ਜਾਂਦੀ ਆ, ਸੋ ਜਿਹੜੀ ਮੇਰੀ ਜ਼ਮੀਨ ਇੱਥੋਂ ਦੇ ਗੁਰੂ ਘਰ ਨੂੰ ਦਿੱਤੀ ਜਾਵੇ। ਹੁਣ ਜਿਹੜਾ ਐਬਟਸਫੋਰਡ 'ਚ ਵਿਰਾਸਤੀ ਗੁਰੂ ਘਰ ਹੈ, ਜਿਸ ਥਾਂ 'ਤੇ ਬਣਿਆ ਜਿਹੜੀ ਜ਼ਮੀਨ ਦੇ, ਉਹ ਕਰਮ ਸਿੰਘ ਬੱਬਰ ਹੁਣਾਂ ਨੇ ਹੀ ਆਪਣੇ ਪਰਿਵਾਰ ਨੂੰ ਵਸੀਅਤ ਕਰਦੀ ਸੀ ਕਿ ਉੱਥੇ ਇਹ ਗੁਰੂ ਘਰ ਨੂੰ ਦਿੱਤੀ ਜਾਵੇ। ਇਹ ਵੀ ਬਹੁਤ ਵੱਡੀ ਗੱਲ ਸੀ, ਯਾਨੀ ਉਹਨਾਂ ਨੇ ਮਨ ਬਣਾ ਲਿਆ ਸੀ ਕਿ ਮੈਂ ਉੱਥੇ ਜਾ ਕੇ ਖੰਡਾ ਖੜਕਾਊਂਗਾ। ਸੋ ਇਸ ਇਰਾਦੇ ਨਾਲ ਉਹ ਵਾਪਸ ਗਏ, ਜਿੱਥੇ ਜਾ ਕੇ ਉਹ ਗ੍ਰਿਫਤਾਰ ਵੀ ਹੋਏ, ਕੁਝ ਸਮਾਂ ਜੂਹ ਬੰਦ ਰਹੇ। ਫਿਰ ਬਾਅਦ 'ਚ ਗਦਰ ਪਾਰਟੀ ਦਾ ਤਾਂ ਚਲੋ ਅੱਗੇ ਜਿਹੜਾ ਇਨਕਲਾਬ ਦਾ ਪ੍ਰੋਗਰਾਮ ਨਹੀਂ ਸੀ ਨੇਪਰੇ ਚੜ੍ਹ ਸਕਿਆ, ਉਸਦੇ ਬਹੁਤ ਸਾਰੇ ਕਾਰਨ ਨੇ ਕਿ ਕੁਝ ਗਦਾਰ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਸੂਹਾਂ ਦੇ ਕੇ ਜਿਹੜਾ ਗਦਰ ਜਿਹੜਾ ਇੱਕ ਹੋਣ ਵਾਲਾ ਸੀ ਫੇਲ ਕਰਾ ਦਿੱਤਾ। ਪਰ ਬਾਅਦ 'ਚ ਕੀ ਹੋਇਆ ਕਿ ਜਦੋਂ ਅਸੀਂ ਵੇਖਦੇ ਹਾਂ ਕਿ 1921 ਵਿੱਚ ਨਨਕਾਣੇ ਸਾਹਿਬ ਦਾ ਸਾਕਾ ਹੋਇਆ, ਜਿਹੜਾ ਮੰਤ ਨਾਰਾਇਣ ਦਾਸ ਨੇ ਕਿਵੇਂ ਅਕਾਲੀਆਂ ਨੂੰ ਉੱਥੇ ਕਤਲ ਕੀਤਾ ਬੇਰਹਿਮੀ ਨਾਲ, ਉਸ ਦਾ ਬਹੁਤ ਸਾਰੇ ਲੋਕਾਂ ਦੇ ਮਨ 'ਤੇ ਡੂੰਘਾ ਅਸਰ ਪਿਆ। ਫਿਰ ਜਿਹੜੇ ਗਦਰੀ ਸੀਗੇ ਉਹਨਾਂ ਦੇ ਮਨ 'ਤੇ ਅਸਰ ਪਿਆ, ਉਹਨਾਂ ਨੇ ਧਾਰ ਲਿਆ ਕਿ ਹੁਣ ਅਸੀਂ ਗੁਰਦੁਆਰਾ ਸੁਧਾਰ ਮੂਵਮੈਂਟ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ। ਪਰ ਜਿਹੜਾ ਇਹ ਸਾਕਾ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਲੱਗਣ ਲੱਗ ਪਿਆ ਸੀ ਕਿ ਜਿਹੜੀ ਸ਼ਾਂਤਮਈ ਦੀ ਪਾਲਿਸੀ ਹੈ ਗਾਂਧੀ ਦੀ, ਇਹ ਕਿਸੇ ਕੰਮ ਦੀ ਪਾਲਿਸੀ ਹੈ ਨਹੀਂ। ਹਥਿਆਰਬੰਦ ਲੜਾਈ ਕਰਕੇ ਹੀ, ਟਾਊਟਾਂ ਨੂੰ ਸੋਧਾ ਲਾ ਕੇ, ਮੰਤਾਂ ਨੂੰ ਗੁਰੂ ਘਰਾਂ 'ਚੋਂ ਕੱਢ ਕੇ ਹੀ ਜਿਹੜਾ ਹੈ ਇਹ ਲੜਾਈ ਜਿੱਤੀ ਜਾ ਸਕਦੀ।
ਸੋ ਉਸ ਲੜਾਈ ਵਿੱਚ ਫਿਰ ਕਰਮ ਸਿੰਘ ਦੌਲਤਪੁਰ ਵੀ ਕੁੱਦੇ ਜੀ। ਦਿਲਚਸਪ ਗੱਲ ਹੈ ਕਿ ਪਹਿਲਾਂ ਉਹਨਾਂ ਦਾ ਨਾਮ ਨਰਾਇਣ ਸਿੰਘ ਸੀਗਾ, ਇਸ ਕਾਂਡ ਤੋਂ ਬਾਅਦ ਅੰਮ੍ਰਿਤ ਛਕ ਕੇ ਉਹ ਕਰਮ ਸਿੰਘ ਬਣੇ ਜੀ। ਔਰ ਜਾਪਦਾ ਤਾਂ ਇਹ ਕਿ ਨਰਾਇਣ ਜਿਹੜਾ ਮਹੰਤ ਨਰਾਇਣ ਦਾਸ ਸੀ, ਉਹਦੇ ਨਾਂ ਤੋਂ ਇੰਨੀ ਨਫ਼ਰਤ ਸੀ ਸਿੱਖਾਂ ਨੂੰ, ਸ਼ਾਇਦ ਉਸੇ ਕਰਕੇ ਉਹਨਾਂ ਨੇ ਨਾਂ ਨਰਾਇਣ ਸਿੰਘ ਤੋਂ ਬਦਲ ਕੇ ਕਰਮ ਸਿੰਘ ਰੱਖਿਆ ਸੀ। ਕਰਮ ਸਿੰਘ ਰੱਖੋ ਜਾਂ ਨਰਾਇਣ ਸਿੰਘ, ਸਿੰਘ ਤਾਂ ਪਹਿਲਾਂ ਵੀ ਸੀਗੇ, ਹੈ ਨਾ। ਅੰਮ੍ਰਿਤ ਪਾਣ ਕਰਕੇ ਉਹ ਕਰਮ ਸਿੰਘ ਬਣੇ, ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋਈ। ਅੱਗੇ ਚੱਲ ਕੇ ਅਸੀਂ ਵੇਖਦੇ ਹਾਂ ਕਿ ਉਹਨਾਂ ਨੇ ਜਾ ਕੇ ਜਿਹੜਾ ਕਿਸ਼ਨ ਸਿੰਘ ਗੜਗਾਜ ਦਾ ਗਰੁੱਪ ਦੁਆਬੇ 'ਚ ਸਰਗਰਮ ਸੀ, ਚੱਕਰਵਰਤੀ ਜੱਥਾ, ਉਹ ਆਪਣੇ ਤੌਰ 'ਤੇ ਲੜਾਈ ਲੜ ਰਿਹਾ ਸੀ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਲਈ। ਇਹਨਾਂ ਦਾ ਮੰਨਣਾ ਸੀ ਕਿ ਅਖਬਾਰ ਸ਼ੁਰੂ ਕੀਤਾ ਜਾਵੇ, ਕਿਉਂਕਿ ਗਦਰ ਅਖਬਾਰ ਤੋਂ ਪ੍ਰੇਰਿਤ ਸੀ। ਸੋ ਇਹਨਾਂ ਨੇ ਬੱਬਰ ਦੁਆਬਾ ਅਕਾਲੀ ਅਖਬਾਰ ਸ਼ੁਰੂ ਕੀਤਾ। ਬਾਅਦ 'ਚ ਦੋਨਾਂ ਜਥੇਬੰਦੀਆਂ ਨੇ ਰਲ ਕੇ ਫਿਰ ਬੱਬਰ ਅਕਾਲੀ ਜਿਹੜੀ ਹੈ ਬੱਬਰ ਅਕਾਲੀ ਜੱਥਾ ਖੜਾ ਕਰ ਲਿਆ, ਔਰ ਜਿਸ ਵਿੱਚ ਅੱਗੇ ਚੱਲ ਕੇ ਅਸੀਂ ਵੇਖਦੇ ਹਾਂ ਕਿ 1 ਸਤੰਬਰ ਨੂੰ 1923 ਵਿੱਚ ਉਹਨਾਂ ਦਾ ਮੁਕਾਬਲਾ ਹੋਇਆ ਪੁਲਿਸ ਦੇ ਨਾਲ। ਇੱਕ ਮੁਖਬਰੀ ਕੀਤੀ ਗਈ ਕਿਸੇ ਸਾਥੀ ਵੱਲੋਂ, ਜਿਸ ਦੇ ਕਰਕੇ ਉਹਨਾਂ ਨੇ ਘੇਰਾ ਪਾ ਲਿਆ। ਸੋ 1 ਸਤੰਬਰ ਨੂੰ ਉਹ ਸ਼ਹੀਦ ਹੋਏ। ਇਹ ਉਹਨਾਂ ਦੀ ਸੰਖੇਪ ਕਹਾਣੀ ਜੀ। ਜਿਸ ਤਰ੍ਹਾਂ ਕੈਨੇਡਾ ਦੇ ਨਾਲ ਸੰਬੰਧਿਤ ਸਰੋਕਾਰਾਂ ਦੀ ਗੱਲ ਕਰੀਏ, ਜਦੋਂ ਇਤਿਹਾਸ ਦੀਆਂ ਬਰੀਕੀਆਂ ਦੇਖਦੇ ਹਾਂ ਕਿ ਜਦੋਂ ਕਰਮ ਸਿੰਘ ਦੌਲਤਪੁਰ ਜਾਂ ਥਾਂਦੀ ਪਰਿਵਾਰ, ਉਹਨਾਂ ਦੇ ਬਾਕੀ ਵੀ ਪਰਿਵਾਰ ਦੇ ਮੈਂਬਰ ਇੱਥੇ ਆਏ, ਜਿਵੇਂ ਮਿਹਨਤ ਮੁਸ਼ੱਕਤ ਲਈ ਅਸੀਂ ਸਾਰੇ ਆਉਣੇ ਆ, ਅਤੇ ਉਸ ਵੇਲੇ ਜੋ ਕਰਮ ਸਿੰਘ ਥਾਂਦੀ ਇਹਨਾਂ ਤੋਂ ਇੱਕ ਸੇਧ ਮਿਲਦੀ ਹੈ, ਬੜੀ ਰੌਚਕ ਹੈ। ਤੁਸੀਂ ਦੇਖੋ ਐਵਸਫੋਰਡ ਦੇ ਵਿੱਚ ਉਹ ਇੱਕ ਜਿਹੜਾ ਕਸਬਾ ਜਿੱਥੇ ਕਿ ਇਹ ਪਰਿਵਾਰ ਵਸਦਾ ਸੀ, ਜਿਹੜਾ ਪਹਿਲਾਂ ਗੁਰਦੁਆਰਾ ਹੈ ਜਿਹਨੂੰ ਨੈਸ਼ਨਲ ਹਿਸਟੋਰਿਕ ਸਾਈਟ ਦਾ ਦਰਜਾ ਦਿੱਤਾ ਗਿਆ, ਉਹ ਪਹਿਲਾਂ ਸਥਾਪਿਤ ਹੋ ਚੁੱਕਿਆ ਸੀ। ਉਹ ਗੁਰਦੁਆਰਾ ਪਹਿਲਾਂ ਬਣਿਆ ਹੋਇਆ ਸੀ, 1911 ਦੇ ਵਿੱਚ ਬਾਕਾਇਦਾ ਤੌਰ 'ਤੇ ਸਥਾਪਿਤ ਹੋ ਗਿਆ ਸੀ। ਉਹਦੇ ਆਪੋਜਿਟ ਸਾਈਡ 'ਤੇ ਜਿਹੜੀ ਜ਼ਮੀਨ ਹੈ ਜਿੱਥੇ ਬਾਅਦ ਦੇ ਵਿੱਚ ਨਵਾਂ ਗੁਰਦੁਆਰਾ ਬਣਿਆ, ਉਹ ਜ਼ਮੀਨ ਸਾਂਝੇ ਤੌਰ 'ਤੇ ਇਹਨਾਂ ਪਰਿਵਾਰਾਂ ਦੀ ਸੀ। ਉਹਨਾਂ ਦੇ ਵਿੱਚੋਂ ਇੱਕ ਹਿੱਸਾ ਜੋ ਇਸ ਮਹਾਨ ਯੋਧੇ ਦਾ ਸੀ, ਭਾਈ ਕਰਮ ਸਿੰਘ ਹੋਰਾਂ ਦਾ। ਸਾਰੇ ਜਾਣੇ ਅਸੀਂ ਆਉਂਦੇ ਹਾਂ ਇੱਥੇ ਕੈਨੇਡਾ ਦੀ ਧਰਤੀ 'ਤੇ ਮਿਹਨਤ ਮੁਸ਼ੱਕਤ ਲਈ, ਚੰਗੀ ਜ਼ਿੰਦਗੀ ਲਈ। ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਲੋਕ ਵਿਦੇਸ਼ 'ਚ ਆ ਰਹੇ ਨੇ, ਕਿਉਂਕਿ ਜਿਹੜੀਆਂ ਚੀਜ਼ਾਂ ਉਹ ਭਾਲਦੇ ਸੀ, ਜਿਹੜੀਆਂ ਸੋਚਦੇ ਸੀ ਕਿ ਉਹ ਇੱਥੇ ਆ ਕੇ ਹਾਸਲ ਕਰ ਸਕਦੇ ਆ, ਉੱਥੇ ਨਹੀਂ ਮਿਲ ਰਹੀਆਂ। ਸੋ ਬਾਈ ਚੋਇਸ ਜਿਹੜੇ ਆ ਉਹ ਇੱਥੇ ਆ ਰਹੇ ਨੇ, ਅਤੇ ਬਾਈ ਚਾਂਸ ਜਿਹੜਾ ਜਿੱਥੇ ਉਹ ਜਨਮਦੇ ਨੇ, ਪਰ ਆਪਣੀ ਚੋਣ ਦੇ ਮੁਤਾਬਕ ਇੱਥੇ ਆ ਕੇ ਰਹਿ ਰਹੇ ਨੇ। ਅਸੀਂ ਵੀ ਉੱਥੇ ਆ ਰਹੇ ਹਾਂ। ਪਰ ਕਮਾਲ ਦੀ ਗੱਲ ਹੈ ਕਿ ਬਾਈ ਚੋਇਸ ਕਰਮ ਸਿੰਘ ਦੌਲਤਪੁਰ ਆਪਣੇ ਇਸ ਮੁਲਕ ਨੂੰ ਛੱਡ ਕੇ, ਜਿੱਥੇ ਉਹਨਾਂ ਨੇ ਉਸ ਵੇਲੇ ਜਿਹੜੀ ਜ਼ਮੀਨ ਬਣਾਈ, ਤੁਸੀਂ ਦੇਖੋ 1914 ਦੀ ਗੱਲ ਕਰੋ, ਅੱਜ ਦੇ ਜਿੱਥੇ ਸਾਊਥ ਫਰੇਜ਼ਰ ਵੇ 'ਤੇ ਇੱਕ ਛੋਟਾ ਜਿਹਾ ਜ਼ਮੀਨ ਦਾ ਜਿਹਦੇ ਕੋਲ ਟੁਕੜਾ ਹੋਵੇ ਨਾ, ਤਾਂ $1 ਮਿਲੀਅਨ ਦਾ, ਬੜਾ ਮਹਿੰਗਾ, ਬੜਾ ਵੱਡਾ। ਪਰ ਉਸ ਵੇਲੇ ਉਹਨਾਂ ਦੀ ਜਗ੍ਹਾ ਉੱਥੇ ਖਰੀਦੀ ਹੋਈ ਸੀ। ਇਹੋ ਜਿਹੇ ਬਹੁਤ ਸਾਰੇ ਹੋਰ ਵੀ ਸਨ, ਪਰ ਅਸੀਂ ਵਿਸ਼ੇਸ਼ ਤੌਰ 'ਤੇ ਜਾ ਕੇ ਇਹਨਾਂ ਦੀ ਗੱਲ ਕਰੀਏ, ਅਤੇ ਉਸ ਜਗ੍ਹਾ 'ਤੇ ਇੱਕ ਇਹਨਾਂ ਨੇ ਨਿਸ਼ਚਾ ਕੀਤਾ ਕਿ ਮੈਂ ਇਸ ਜਗ੍ਹਾ ਨੂੰ ਜਿਹੜਾ ਹੈ ਰੱਖਣਾ ਚਾਹੁੰਦਾ। ਪਰ ਅੱਜ ਮੈਨੂੰ ਸਦਾ ਆ ਗਿਆ ਕਿ ਮੇਰਾ ਜਿਹੜਾ ਵਤਨ ਹੈ ਉਹ ਇਸ ਵੇਲੇ ਗਰਦਿਸ਼ ਦੇ ਵਿੱਚ ਹੈ, ਉਹ ਬੱਦਲ ਛਾਏ ਹੋਏ ਨੇ, ਗੁਲਾਮੀ ਦੀਆਂ ਜਜ਼ੀਰਾਂ ਤੋੜਨੀਆਂ, ਤਾਂ ਮੈਂ ਇੱਥੋਂ ਜਾ ਕੇ ਆਜ਼ਾਦੀ ਦਾ ਸੰਘਰਸ਼ ਜਿਹੜਾ ਉਹ ਪੈਦਾ ਕਰਾਂ ਅਤੇ ਪਰਚਮ ਚਲਾਵਾਂ। ਕਮਾਲ ਦੀ ਗੱਲ ਹੈ ਕਿ ਕੈਨੇਡਾ ਤੋਂ ਬਹੁਤ ਸਾਰੇ ਲੋਕਾਂ ਨੂੰ, ਸਾਡੇ ਦਰਸ਼ਕਾਂ ਨੂੰ ਨਹੀਂ ਪਤਾ ਹੋਣਾ ਕਿ ਕੈਨੇਡਾ ਦੀ ਧਰਤੀ ਦੇ ਵਿੱਚੋਂ ਜਿਹੜੇ ਉਸ ਵੇਲੇ ਲੋਕ ਗਏ ਨੇ, ਉਹਨਾਂ 'ਚੋਂ ਕਰਮ ਸਿੰਘ ਦੌਲਤਪੁਰ ਜਿਹੜਾ 1 ਸਤੰਬਰ ਨੂੰ ਜਿਨ੍ਹਾਂ ਦੀ ਸ਼ਹਾਦਤ ਹੋਈ, ਅੱਜ ਦੇ ਦਿਨ ਸ਼ਹਾਦਤ ਹੋਈ, ਉਹ ਇਹੋ ਜਿਹੇ ਮਹਾਨ ਯੋਧੇ ਸਨ। ਉਸ ਵੇਲੇ ਆਪਣੀ ਜ਼ਮੀਨ ਜਾਇਦਾਦ ਸਾਰਾ ਕੁਝ ਛੱਡ ਕੇ ਚਲੇ ਗਏ, ਅਤੇ ਨਾਲ ਇਹ ਪ੍ਰਣ ਕਿ ਜੇ ਮੈਂ ਆ ਗਿਆ ਵਾਪਸ, ਆਪਣੇ ਬੱਚੇ ਪਰਿਵਾਰ ਉਹਨਾਂ ਨੂੰ ਬਾਕਾਇਦਾ ਤੌਰ 'ਤੇ ਮੈਂ ਵੀ ਆਪਣੀ ਜ਼ਿੰਦਗੀ ਗ੍ਰਸਤੀ ਜੀਵਨ ਚਲਾਵਾਂਗਾ, ਨਾ ਹੋਇਆ ਤਾਂ ਸ਼ਹੀਦ ਹੋ ਗਿਆ ਤਾਂ ਇੱਥੇ ਗੁਰੂ ਘਰ ਉਸਾਰ ਦਿਓ। ਇਹ ਤਾਂ ਉਹਨਾਂ ਦੀ ਦੇਣ। ਪਰ ਜਦੋਂ ਅਸੀਂ ਗੁਰੂ ਘਰ ਉਸਾਰ ਲੈਂਦੇ ਹਾਂ, ਸੰਸਥਾਵਾਂ ਖੜੀਆਂ ਕਰ ਲੈਂਦੇ ਹਾਂ, ਚਾਹੇ ਅਸੀਂ ਉਹ ਦੇਖੀਏ ਜਿਨ੍ਹਾਂ ਦੀ ਗੱਲ ਭਾਈ ਭਾਗ ਸਿੰਘ ਬਤਨ ਸਿੰਘ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਮੇਵਾ ਸਿੰਘ ਲੋਪੋਕੇ, ਸਾਡੀ ਖਾਲਸਾ ਦੀਵਾਨ ਸੁਸਾਇਟੀ, ਮੋਢੀ ਸੰਸਥਾ, 2 ਐਵੀਨਿਊ, ਉਹ ਅਸੀਂ ਗਵਾ ਲਿਆ। ਅਸੀਂ ਇਤਿਹਾਸ ਜਿਹੜੇ ਆ ਆਪਣੇ ਪੰਨੇ ਮਿਟਾ ਲਏ। ਪਰ ਜਿਹੜੇ ਇਹਨਾਂ ਸੰਸਥਾਵਾਂ ਨੂੰ ਕਾਇਮ ਕਰਨ ਲਈ ਆਪਣੀਆਂ ਜਾਨਾਂ ਦੇ ਗਏ, ਜਾਂ ਜਿਹੜੇ ਇਹਨਾਂ ਦੀ ਜ਼ਮੀਨ ਦੇ ਵਾਸਤੇ ਆਪਣਾ ਘਰ-ਬਾਰ ਸਾਰਾ ਕੁਛ, ਕੌਮ ਵਸੇ ਅਤੇ ਮੈਂ ਉਜੜਾਂ ਦੀ ਸੋਚ ਨਾਲ ਚਲੇ ਗਏ, ਅੱਜ ਦੇ ਸਮੇਂ ਉਹਨਾਂ ਨੂੰ ਨਾ ਉਸ ਹਿਸਾਬ ਨਾਲ ਉਹਨਾਂ ਦੀ ਮਹਾਨ ਦੇਣ ਨੂੰ ਵਿਚਾਰਿਆ ਜਾਂਦਾ, ਨਾ ਉਹਨਾਂ ਤੋਂ ਸੇਧ ਲਈ ਜਾਂਦੀ ਹੈ। ਜੋ ਉਹਨਾਂ ਨੇ ਖਿਆਲ ਰੱਖੇ ਸਨ, ਨਾ ਉਹਨਾਂ 'ਤੇ ਪਹਿਰਾ ਦਿੱਤਾ ਜਾ ਰਿਹਾ। ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਉਹ ਤਾਂ ਘਰ-ਬਾਰ ਸਾਰਾ ਕੁਝ ਉਜਾੜ ਕੇ ਚਲੇ ਗਏ। ਜੋ ਇੱਥੇ ਰਹਿੰਦੇ, ਅੱਜ ਉਹਨਾਂ ਦੀ ਚੌਥੀ ਪੀੜ੍ਹੀ ਜਿਹੜੀ ਹੈ, ਐਵਸਫੋਰਡ ਦੀ ਮਹਾਨ ਆਰਥਿਕ ਤੌਰ 'ਤੇ ਵੀ ਆਰਥਿਕ ਸੰਪੰਨ ਪੀੜ੍ਹੀ ਹੋਣੀ ਸੀ, ਬੜੇ ਕਾਮਯਾਬ ਹੋਣੇ ਸੀ ਇਹ ਸਾਰੇ ਯੋਧੇ ਜਿਨ੍ਹਾਂ ਦਾ ਨਾਂ ਲਿਖਿਆ ਜਾਂ ਜ਼ਿਕਰ ਕਰਦੀਆਂ ਸੀ। ਪਰ ਅੱਜ ਉਹਨਾਂ ਦੇ ਪਰਿਵਾਰ ਹੈ ਨਹੀਂ, ਉਹਨਾਂ ਦੇ ਬੱਚੇ, ਗ੍ਰਸਤੀ ਜੀਵਨ ਕੋਈ ਹੈ ਨਹੀਂ। ਅਸੀਂ ਕਹਿੰਦੇ ਸਾਡੇ ਬੱਚਿਆਂ ਦਾ ਭਵਿੱਖ ਰੌਸ਼ਨ ਹੋ ਜੇ, ਸਾਰਾ ਕੁਝ ਕਰ ਗਏ,
ਪਰ ਉਹਨਾਂ ਦੇ ਸੁਪਨਿਆਂ ਨਾਲ ਵੀ ਖਿਲਵਾੜ ਕਰ ਲਈ। ਅਸੀਂ ਉਹਨਾਂ ਨੂੰ ਵੀ ਧਿਕਾਰ ਹੈ ਸਾਡੇ ਤੇ ਕਿ ਉਹਨਾਂ ਨੂੰ ਵੀ ਖਿਲਾਰ ਦਿੱਤਾ, ਚਾਹੇ ਅਸੀਂ ਪੰਜਾਬ ਭਾਰਤ ਦੇ ਵਿੱਚ ਦੇਖੀਏ, ਚਾਹੇ ਕੈਨੇਡਾ 'ਚ ਅਸੀਂ ਵਸਦੇ ਹਾਂ। ਉਹ ਤੁਸੀਂ ਦੀ ਗੱਲ ਸੁਣਾ ਕਿ ਦੇਖੋ ਇਹਨੂੰ ਕਹਿੰਦੇ ਆਪਾਂ ਨਿਸ਼ਕਾਮ ਸੇਵਾ ਜੀ। ਕਰਮ ਸਿੰਘ ਦੌਲਤਪੁਰ ਨੇ ਜਦੋਂ ਤਹੀਆ ਕਰ ਲਾ ਕੇ ਵਾਪਸ ਜਾਵਾਂਗਾ, ਜਦੋਂ ਗਦਰ ਪਾਰਟੀ ਦੇ ਸੱਦੇ ਤੇ ਗਏ ਨੇ, ਜ਼ਾਹਿਰਾ ਤੌਰ ਤੇ ਸਿਰ ਤੇ ਕਫਨ ਬਣ ਕੇ ਉਹ ਨਿਕਲੇ ਸੀ ਔਰ ਆਪਣੇ ਬਚਨਾਂ ਦੇ ਉੱਤੇ ਪੂਰਾ ਖਰੇ ਉਤਰੇ ਨੇ ਜੀ। 1 ਸਤੰਬਰ ਨੂੰ ਜਿਹੜੀ ਜਾਨ ਦਿੱਤੀ ਉਹਨਾਂ ਨੇ ਆਪਣੀ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਸੋ 1 ਸਤੰਬਰ ਨੂੰ ਜਿਹੜੀ ਉਹਨਾਂ ਦੀ ਮੌਤ ਹੁੰਦੀ ਹੈ ਪੁਲਿਸ ਮੁੱਠਭੇੜ ਦੇ ਵਿੱਚ ਜੀ, ਮਤਲਬ ਮੌਤ ਨੂੰ ਮਾਸੀ ਆਖਣ ਵਾਲੇ ਇਹ ਯੋਧੇ ਇਹ ਵਾਪਸ ਮੁੜੇ। ਇਹ ਜਦੋਂ ਗਏ ਇੱਥੋਂ ਮਨ ਇਹਨਾਂ ਦਾ ਬਣਿਆ ਹੋਇਆ ਸੀ ਕਿ ਅਸੀਂ ਸ਼ਾਇਦ ਵਾਪਸ ਨਹੀਂ ਆਉਣਾ, ਤਾਂ ਹੀ ਗੁਰੂ ਘਰ ਨੂੰ ਆਪਣੀ ਜ਼ਮੀਨ ਦੇ ਗਏ ਸੀ, ਹੈ ਨਾ। ਪਰ ਗੱਲ ਤਾਂ ਕਿ ਹੁਣ ਜਿਹੜੇ ਲੋਕਾਂ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹਨਾਂ ਤੁਲਨਾ ਕਰ ਰਹੇ ਹਾਂ, ਇਹ ਉਹਨਾਂ ਦੇ ਮਤਲਬ ਪੈਰ ਦੀ ਮਿੱਟੀ ਦੇ ਬਰਾਬਰ ਵੀ ਹੈ ਨਹੀਂ, ਪੈਰ ਦੀ ਧੂੜ ਦੇ ਬਰਾਬਰ ਵੀ ਹੈ ਨਹੀਂ, ਚਾਹੇ ਮੈਂ ਹੋਵਾਂ ਉਸ ਦੇ ਵਿੱਚ। ਅਸੀਂ ਤਾਂ ਉੱਥੋਂ ਆਏ ਹਾਂ ਇੱਥੇ ਸਿਸਟਮ ਤੋਂ ਬਚ ਕੇ, ਸਿਸਟਮ ਜਿਹੜਾ ਕੋਡ ਖਾਦਾ ਸਿਸਟਮ ਸੀਗਾ, ਸਾਡਾ ਫਰਜ਼ ਬਣਦਾ ਸੀ ਅਸੀਂ ਉੱਥੇ ਬਹਿ ਕੇ ਉਹਦੇ ਨਾਲ ਜੂਝਦੇ, ਲੜਦੇ, ਉਸ ਨੂੰ ਬਦਲਣ ਦੀ ਕੋਸ਼ਿਸ਼ ਕਰਦੇ। ਅਸੀਂ ਉਸ ਦੀ ਥਾਂ ਤੇ ਅਸੀਂ ਇੱਥੇ ਸੁੱਖ ਸਹੂਲਤਾਂ ਮੰਨਣ ਲਈ ਪਹੁੰਚ ਗਏ ਹਾਂ ਔਰ ਸਾਨੂੰ ਤਾਂ ਪਹਿਲਾਂ ਇਹਨਾਂ ਬਾਬਿਆਂ ਦਾ ਧੰਨਵਾਦ ਕਰਨਾ ਚਾਹੀਦਾ ਕਿ ਇਹਨਾਂ ਦੀ ਬਦੌਲਤ ਅਸੀਂ ਇੱਥੇ ਆਏ ਹਾਂ, ਕਿਉਂਕਿ ਜਿਹੜੀ ਲੜਾਈ ਇਹਨਾਂ ਨੇ ਲੜੀ ਸੀ ਉਹ ਸਿਰਫ ਭਾਰਤ ਆਜ਼ਾਦ ਕਰਾਉਣ ਦੀ ਲੜਾਈ ਨਹੀਂ ਸੀ, ਇੱਥੇ ਵੀ ਨਸਲਵਾਦ ਦੇ ਖਿਲਾਫ ਲੜਾਈ ਦਾ ਹਿੱਸਾ ਸੀ, ਗਦਰ ਪਾਰਟੀ ਦੀ ਲੜਾਈ ਦਾ ਹਿੱਸਾ। ਜਿਹੜੇ ਵੋਟ ਪਾਉਣ ਦਾ ਹੱਕ ਮਿਲ ਗਿਆ, ਅੱਜ ਸਾਡੇ ਵਿੱਚੋਂ ਕਈ MP MLA ਬਣੇ ਫਿਰਦੇ ਨੇ, ਇਸੇ ਕਰਕੇ ਹੋਇਆ। ਸੋ ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਜਿਹੜਾ ਹੈ ਸਤਿਕਾਰ ਕਰਨਾ ਚਾਹੀਦਾ ਕਿ ਜਿਹੜੇ ਅਸੀਂ ਇੱਥੇ ਆ ਸਕੇ ਹਾਂ ਬੜੇ ਸੌਖੇ ਹਾਂ, ਪਰਿਵਾਰਾਂ ਨੂੰ ਲੈ ਕੇ ਬਿਨਾਂ ਕਿਸੇ ਵਿਘਨ ਦੇ। ਇਹ ਵੀ ਲੜਾਈ ਜਿਹੜੀ ਹੈ ਐਵੇਂ ਸਰ ਨਹੀਂ ਹੋਈ, ਇਹਦੇ ਲਈ ਵੀ ਘਾਲਣਾ ਕਰਦੀਆਂ ਗਈਆਂ। ਪਹਿਲਾਂ ਟੱਬਰ ਲਿਆਉਣ ਦੀ ਖੁੱਲ੍ਹ ਨਹੀਂ ਸੀ, ਵੋਟ ਪਾਉਣ ਦਾ ਹੱਕ ਨਹੀਂ ਸੀ, ਇਹ ਗਦਰ ਪਾਰਟੀ ਲੜਾਈ ਦਾ ਇਹ ਵੀ ਹਿੱਸਾ ਸੀ। ਬਿਲਕੁਲ। ਸੋ ਉਹਦੇ ਕਰਕੇ ਅਸੀਂ ਇੱਥੇ ਪਹੁੰਚੇ ਹਾਂ। ਅਖੀਰਤ ਕੰਤਾ ਇਹ ਕਿ ਅਸੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨੇ। ਦੂਜੀ ਗੱਲ, ਸਾਡੇ 'ਚ ਉਹ ਜਿਹਾ ਜਿਹੜਾ ਹੈ ਜਜ਼ਬਾ ਹੀ ਹੈ ਨਹੀਂ ਕਿ ਅਸੀਂ ਉਹਨਾਂ ਵਾਂਗੂ ਦ੍ਰਿੜਤਾ ਨਾਲ ਵਾਪਸ ਮੁੜ ਕੇ ਉੱਥੇ ਸਿਸਟਮ ਸੁਧਾਰਨ ਦੀ ਗੱਲ ਕਰ ਸਕੀਏ। ਇੱਥੋਂ ਤੱਕ ਕਿ ਮੈਨੂੰ ਇਹ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਜਿਹੜੇ ਤਾਂ ਦੇਖੋ ਮੋਡਰੇਟ ਨੇ, ਜਿਹੜੇ ਗੁਰਦੁਆਰਿਆਂ ਨੂੰ ਸਾਂਭੀ ਬੈਠੇ ਨੇ, ਕਰਮ ਸਿੰਘ ਦੌਲਤਪੁਰ ਨੇ ਜਿਹੜੀ ਸੰਸਥਾ ਨੂੰ ਖੜਾ ਕੀਤਾ, ਜਿਸ ਦਾ ਬੂਟਾ ਮੇਵਾ ਸਿੰਘ ਨੇ ਲਾਇਆ, ਉਹ ਤਾਂ ਸਰਕਾਰ ਦੇ ਗੁਮਾਸ਼ ਤੇ ਬਣੇ ਹੋਏ ਨੇ, ਸਰਕਾਰ ਦੇ ਚਾਰੜੇ ਬਣੇ ਹੋਏ। ਸੋ ਉਦੋਂ ਤਾਂ ਗਦਰ ਪਾਰਟੀ ਦੇ, ਮੇਵਾ ਸਿੰਘ ਦੇ, ਕਰਮ ਸਿੰਘ ਦੌਲਤਪੁਰ ਦੇ ਕੱਖ ਨਹੀਂ ਲੱਗਦੇ। ਇੱਥੋਂ ਤੱਕ ਕਿ ਜਿਹੜੇ ਆਪਣੇ ਆਪ ਨੂੰ ਬੱਬਰ ਕਹਿਣ ਵਾਲੇ ਜਿਹੜੇ ਖਾੜਕੂ ਨੇ, ਉਹਨਾਂ 'ਤੇ ਵੀ ਸਵਾਲ ਖੜਾ ਹੁੰਦਾ ਕਿ ਤੁਹਾਡੇ 'ਚੋਂ ਕਿੰਨੇ ਜਿਹੜੇ ਵਾਪਸ ਮੁੜੇ ਨੇ ਆਪਣੀਆਂ ਜਾਨਾਂ ਦੇਣ ਵਾਸਤੇ। ਸੋ ਇੱਥੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ। 50,000 ਹਿੰਦੂ ਨਹੀਂ ਮਾਰਦੇ, ਸਾਹ ਨਹੀਂ ਡਵਾਂਗੇ, ਇਹੋ ਜਿਹੇ ਵਾਹੀਆਤ ਕਿਸਮ ਦੇ ਬਿਆਨ ਦਿੱਤੇ ਆ, ਜਿਹੜੀ ਬੱਬਰਾਂ ਦੀ ਸੋਚ ਤੋਂ ਉਲਟ, ਬਾਬੇ ਨਾਨਕ ਦੀ ਸੋਚ ਤੋਂ ਉਲਟ। ਉਹਨਾਂ 'ਤੇ ਵੀ ਸਵਾਲ ਉੱਠਦਾ ਕਿ ਤੁਸੀਂ ਬੱਬਰਾਂ ਦਾ ਨਾਂ 'ਤੇ ਵਰਤ ਰਹੇ ਹੋ ਪਰ ਉਸ ਨਾਂ ਦੀ ਕੁਵਰਤੋਂ ਕਰ ਰਹੇ ਹੋ। ਫਿਰ ਅਗਲੀ ਗੱਲ ਇਹ ਆ ਜਾਂਦੀ ਕਿ ਜਿਹੜੇ ਤਾਂ ਸਰਕਾਰ ਦੇ ਮਤਲਬ ਜਿਹੜੇ ਚਾਰੜੇ ਨੇ, ਜਿਹੜੇ ਗੁਰਦੁਆਰੇ ਸਾਂਭੀ ਬੈਠੇ ਆ, ਕਿ ਤੁਸੀਂ ਉਹਨਾਂ ਦੀ ਸੋਚ ਦੀ ਤਲਾਸ਼ੀ ਦਿੰਦੇ ਹੋਏ ਸਥਾਪਤੀ ਨੂੰ ਗਲਬਕੜੀਆਂ ਪਾਈਆਂ ਹੋਈਆਂ, ਜ਼ੁਲਮ ਦੇ ਖਿਲਾਫ ਤੁਸੀਂ ਇੱਕ ਲਫ਼ਜ਼ ਮੂੰਹ ਤੋਂ ਕੱਢਣ ਲਈ ਤਿਆਰ ਨਹੀਂ। ਸੋ ਇਹ ਸਾਰੇ ਉਸ ਲਈ ਜਵਾਬਦੇਹ ਨੇ। ਸੋ ਨਾ ਤਾਂ ਕਰਮ ਸਿੰਘ ਦੌਲਤਪੁਰ ਦੇ ਕੁਝ ਉਹ ਲੱਗਦੇ ਨੇ, ਨਾ ਆ ਲੱਗਦੇ ਨੇ। ਉਲਟ ਗੱਲ ਇਹ ਹੋਈ ਕਿ ਬਹੁਤ ਸਾਡੇ ਕੋਲ ਥੋੜ੍ਹੀਆਂ ਮਿਸਾਲਾਂ ਨੇ, ਜਿਵੇਂ ਸੁਧਾ ਭਾਰਦਵਾਜ, ਇੱਕ ਵਕੀਲ ਜਿਹੜੀ ਹੁਣ ਫੜ ਕੇ ਅੰਦਰ ਦਿੱਤੀ ਹੋਈ ਹੈ ਭਾਰਤ ਸਰਕਾਰ ਨੇ, ਅਮਰੀਕਾ 'ਚ ਉੱਥੇ ਪੜ੍ਹਦੀ ਰਹੀ, ਅਮਰੀਕਾ 'ਚ ਬੜੀ ਵਧੀਆ ਜ਼ਿੰਦਗੀ ਬਤੀਤ ਕਰ ਸਕਦੀ ਸੀ, ਉਹ ਵਾਪਸ ਗਈ, ਉਲਟਾ ਉਹਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ। ਬਾਕੀਆਂ ਨੂੰ ਤਾਂ ਕਹਿੰਦੇ ਅਸੀਂ ਦੇਸ਼ ਭਗਤ ਹਾਂ, ਉਹਨਾਂ ਨੂੰ ਦੇਸ਼ ਧਰੋਹੀ ਕਹਿ ਕੇ ਜੇਲ੍ਹ ਸੁੱਟਿਆ ਗਿਆ। ਜਿਹੜੇ ਵਾਪਸ ਦੇਸ਼ ਦੀ ਸੇਵਾ ਕਰਨ ਲਈ ਗਏ, ਉਹਨਾਂ ਨੂੰ ਇਹ ਨਾਮ ਮਿਲਿਆ ਉਸ ਚੀਜ਼ ਦਾ। ਸੋ ਇਹ ਬਸ ਸਾਰਾ ਆਵਾ ਉਤਿਆ ਹੋਇਆ। ਕਰਮ ਸਿੰਘ ਦੌਲਤਪੁਰ ਦੇ ਇਸ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਮੈਨੂੰ ਉਮੀਦ ਹੈ ਕਿ ਸ਼ਾਇਦ ਲੋਕੀ ਇਹਨਾਂ ਸਵਾਲਾਂ 'ਤੇ ਜਵਾਬ ਲੱਭਣ ਦੀ ਕੋਸ਼ਿਸ਼ ਕਰਨਗੇ। ਜਦੋਂ ਅਸੀਂ ਸਮਕਾਲੀ ਹਾਲਾਤ ਦੀ ਤੁਲਨਾ ਕਰਦੇ ਹਾਂ ਤਾਂ ਉਹਨਾਂ ਦੇ ਵਿੱਚੋਂ ਕਈ ਤਰ੍ਹਾਂ ਦੇ ਸ਼ੀਸ਼ੇ ਨਜ਼ਰ ਆਉਂਦੇ ਨੇ। ਇਤਿਹਾਸਿਕ ਸ਼ੀਸ਼ਾ ਹੀ ਹੁੰਦਾ, ਉਹਦੇ ਸਾਹਮਣੇ ਖੜ੍ਹ ਕੇ ਆਪਣੇ ਚਿਹਰੇ ਦੀ ਕਾਲਖ ਅਸੀਂ ਸਾਫ਼ ਕਰੀਏ, ਉਸ ਦੇ ਉੱਪਰ ਜਿੰਨੀ ਧੂੜ ਹੈ ਉਹਨੂੰ ਸਾਫ਼ ਕਰੀਏ। ਜਦੋਂ ਕਰਮ ਸਿੰਘ ਦੌਲਤਪੁਰ ਉੱਥੇ ਵੀ ਚਲੇ ਗਏ, ਜਦੋਂ ਜਾ ਕੇ ਉਹਨਾਂ ਨੇ ਜੋ ਗਦਰ ਪਾਰਟੀ ਜਾਂ ਗਦਰ ਅਖਬਾਰ ਦਾ ਪ੍ਰਭਾਵ ਸੀ ਅਤੇ ਬੱਬਰ ਅਕਾਲੀ ਅਖਬਾਰ ਸ਼ੁਰੂ ਕੀਤਾ, ਉਸ ਸਮੇਂ ਦੀ ਜਿਹੜੀ ਗੱਲਬਾਤ, ਜਿਵੇਂ ਉਸ ਤੋਂ ਪਹਿਲਾਂ ਦੀ ਗੱਲਬਾਤ, ਜੋ ਗੁਰਦੁਆਰਿਆਂ ਦੀ ਆਜ਼ਾਦੀ ਦੀ ਗੱਲਬਾਤ ਪਹਿਲਾਂ ਜ਼ਿਕਰ ਕੀਤਾ ਕਿ ਨਨਕਾਣਾ ਸਾਹਿਬ ਦਾ ਸਾਕਾ ਹੋਇਆ। ਹੁਣ ਦੇਖੋ, ਇਹ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਸੀਮਤ ਸੋਚ ਅਤੇ ਬੜਾ ਜਿਹੜਾ ਜਿਹਨੂੰ ਕਹਿੰਦੇ ਸੰਕੁਚਿਤ ਸੋਚ ਹੈ ਕਿ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਸਾਡੇ ਵਿਰਸੇ ਤੋਂ ਇਹਨਾਂ ਨੂੰ ਸੇਧ ਨਹੀਂ ਮਿਲੀ। ਅਫਸੋਸ ਹੈ ਇਸ ਗੱਲ ਦਾ ਕਿ ਸਾਡੇ ਕੁਛ ਇੱਕ ਚਿੰਤਕ ਜਾਂ ਬੁੱਧੀਜੀਵੀ ਨਿਰਾਪੁਰਾ ਇਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਜਦੋਂ ਸਿੱਖ ਇਤਿਹਾਸ ਜਾਂ ਸਿੱਖ ਵਿਰਸੇ ਦੀ ਗੱਲ ਹੈ, ਜਾਂ ਉਹ ਜਿਹੜੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਇਤਿਹਾਸ ਦੀ ਗੱਲ ਹੈ, ਦਸ਼ਮੇਸ਼ ਪਿਤਾ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਜਾਂ ਯੋਧਿਆਂ ਦੀਆਂ ਜਿਹੜੀਆਂ ਉਹ ਦਾਸਤਾਨ, ਉਹਨਾਂ ਦੀ ਗੱਲ ਹੈ, ਉਹਨਾਂ ਦਾ ਜ਼ਿਕਰ ਨਾ ਕਰੋ, ਸਿਰਫ ਬਾਹਰਲੇ ਪੱਛਮੀ ਫਲਸਫਿਆਂ ਦੀ ਗੱਲ ਕਰੋ। ਇਹ ਵੀ ਆਪਣੇ ਵਿਰਸੇ ਨੂੰ ਛੁਟਿਆਉਣਾ। ਅਤੇ ਪ੍ਰਮਾਣ ਹੈ ਇਸ ਗੱਲ ਦਾ ਕਰਮ ਸਿੰਘ ਬੱਬਰ ਕਿ ਜਿਨ੍ਹਾਂ ਨੇ ਬਾਕਾਇਦਾ ਜਾ ਕੇ ਅੰਮ੍ਰਿਤ ਛਕਿਆ, ਜਿਹੜੇ ਨਰੈਣ ਤੋਂ ਕਰਮ ਸਿੰਘ ਬਣੇ, ਅਤੇ ਉਹ ਨਰੈਣੂ ਮਹੰਤ ਵਾਲਾ ਜਿਹੜਾ ਦਿਮਾਗ ਦੇ ਵਿੱਚ ਉਹਨਾਂ ਦੇ ਉਸ ਵੇਲੇ
ਉਸ ਦੇ ਪ੍ਰਤੀ ਜਿਸ ਨੇ ਇੰਨਾ ਜ਼ਿਆਦਾ ਜ਼ੁਲਮ ਕੀਤਾ ਸੀ ਉਸ ਦੇ ਖਿਲਾਫ ਇੱਕ ਉਸ ਗੱਲ ਦਾ ਗੁੱਸਾ ਸੀ ਮਨ ਦੇ ਵਿੱਚ, ਇੱਕ ਇਸ ਗੱਲ ਦਾ ਵੀਰ ਰਸ ਸੀ, ਉਹ ਜ਼ਿਆਦਾ ਝਲਕਿਆ। ਸੋ ਆਪਣੇ ਇਤਿਹਾਸ ਤੇ ਆਪਣੀਆਂ ਦਾਸਤਾਨ ਜਿਹੜੀ ਕੁਰਬਾਨੀਆਂ ਦੀ ਹੈ ਉਸ ਨੂੰ ਪ੍ਰੇਰਨਾ ਜਿੰਨੀ ਉਸ ਦੀ ਇਹਨਾਂ ਨੂੰ ਮਿਲੀ ਹੈ, ਇਹ ਵੀ ਇਤਿਹਾਸ ਦਾ ਇੱਕ ਬਹੁਤ ਵੱਡਾ ਪੱਖ ਹੈ ਜਿਹੜਾ ਅੱਖੋਂ ਪਰੋਖੇ ਆਮ ਕਰਕੇ ਕੀਤਾ ਜਾਂਦਾ ਹੈ। ਆਮ ਤੌਰ 'ਤੇ ਨਹੀਂ, ਇਹ ਤਾਂ ਹੁਣ ਰਵਾਇਤ ਹੀ ਬਣ ਗਈ ਗੁਰਵਿੰਦਰ ਸਿੰਘ ਜੀ। ਤੁਸੀਂ ਨੋਟ ਕੀਤਾ ਹੋਣਾ, ਮੱਖੀ ਤੇ ਮੱਖੀ ਮਾਰਨ ਵਾਲਾ ਕੰਮ ਚੱਲਿਆ ਹੋਇਆ ਜੀ। ਇੱਕ ਲੇਖਕ ਨੇ ਲਿਖਤਾ, ਅਗਾਂਹ ਦੂਜੇ ਲੇਖਕ ਨੇ ਉਸੇ ਗੱਲ ਦਾ ਉਤਾਰਾ ਕਰ ਲਿਆ ਜੀ, ਤੀਜੇ ਨੇ ਉਸ ਦਾ ਅਗਾਂਹ ਉਤਾਰਾ ਕਰ ਲਿਆ, ਚੌਥੇ ਨੇ ਵੀ ਉਤਾਰਾ ਕਰ ਲਿਆ, ਉਸ 'ਤੇ ਸਹੀ ਪਾਤੀ। ਇੱਕੋ ਹੀ ਗੱਲ ਕਹੀ ਜਾਂਦੇ ਕਿ ਜੀ ਉੱਥੋਂ ਆਏ, ਇੱਥੇ ਆ ਕੇ ਅੱਖਾਂ ਖੁੱਲ੍ਹ ਗਈਆਂ, ਇੱਥੋਂ ਦੀ ਆਜ਼ਾਦ ਫਿਜ਼ਾ ਦੇ ਵਿੱਚ ਉਹਨਾਂ ਨੂੰ ਆਜ਼ਾਦ ਫਿਜ਼ਾ ਦਾ ਬੁੱਲਾ ਉਹਨਾਂ ਦੇ ਮੱਥੇ ਦੇ ਵੱਜਾ, ਉਹਨਾਂ ਦੇ ਅੱਖਾਂ ਖੁੱਲ੍ਹ ਗਈਆਂ। ਬੜੀ ਕਮਾਲ ਦੀ ਗੱਲ ਆ ਕਿ ਤੁਹਾਡਾ ਮਤਲਬ ਉਹ ਅੱਖਾਂ ਮੀਚ ਕੇ ਇੱਥੇ ਆਏ ਸੀਗੇ। ਸੋਹਣ ਸਿੰਘ ਭਕਨਾ ਜਦੋਂ ਇੱਥੇ ਆਏ ਸੀ ਉਸ ਤੋਂ ਪਹਿਲਾਂ ਉਸ ਗੱਲ ਨੂੰ ਸਵੀਕਾਰ ਕਰ ਚੁੱਕੇ ਨੇ ਕਿ ਜਿਹੜੀ ਪਗੜੀ ਸੰਭਾਲ ਜੱਟਾ ਲਹਿਰ ਚੱਲ ਰਹੀ ਸੀ, ਮੈਂ ਉਸ ਦੇ ਵਿੱਚ ਸ਼ਾਮਲ ਸੀ, ਉਸ ਤੋਂ ਪ੍ਰਭਾਵਿਤ ਸੀ। ਪਗੜੀ ਸੰਭਾਲ ਜੱਟਾ ਲਹਿਰ 1907 ਵਿੱਚ ਚੱਲੀ ਹੈ, ਗਦਰ ਪਾਰਟੀ ਬਣੀ 1913 ਦੇ ਵਿੱਚ, ਤੇ ਜਿਹੜੇ ਵਿੱਚ ਵਿਚਾਲੇ ਉੱਧਰੋਂ ਆਏ ਉਹਨਾਂ ਨੂੰ ਤਾਂ ਮਤਲਬ ਕੋਈ ਹਵਾ ਵੀ ਨਹੀਂ ਲੱਗੀ ਹੋਣੀ ਪਗੜੀ ਸੰਭਾਲ ਜੱਟਾ ਲਹਿਰ ਦੀ। ਫਿਰ ਸਿੰਘ ਸਭਾ ਲਹਿਰ ਚੱਲੀ ਹੈ, ਉਸ ਦਾ ਅਸਰ ਪਿਆ ਗਦਰੀ ਬਾਬਿਆਂ ਤੇ, ਠੀਕ ਹੈ ਨਾ। ਹਰਨਾਮ ਸਿੰਘ ਟੁੰਡੀ ਲਾਟ ਨੇ ਖੁਦ ਸਵੀਕਾਰ ਕੀਤਾ ਇਸ ਗੱਲ ਨੂੰ। ਇਸੇ ਤਰ੍ਹਾਂ ਸੋਹਣ ਸਿੰਘ ਭਕਨਾ ਜਿਹੜੇ ਨਾਮਧਾਰੀ ਲਹਿਰ ਤੋਂ ਵੀ ਪ੍ਰਭਾਵਿਤ ਸੀਗੇ। ਇਹ ਸਾਰਾ ਕੁਝ ਸਾਡੇ ਵਿਰਸੇ 'ਚ ਆਇਆ ਸੀ। ਗਦਰੀਆਂ ਦੀਆਂ ਕਵਿਤਾਵਾਂ ਸਾਰੀਆਂ ਪੜ੍ਹ ਕੇ ਵੇਖ ਲਓ, ਉੱਥੇ ਇਕੱਲੇ ਲੈਨਨ ਦੀ ਗੱਲ ਨਹੀਂ ਹੋਈ, ਇਕੱਲੇ ਬੋਲਸ਼ਿਕ ਇਨਕਲਾਬ ਦੀ ਗੱਲ ਨਹੀਂ ਹੋਈ, ਉੱਥੇ ਗੁਰੂ ਗੋਬਿੰਦ ਸਿੰਘ ਦੀ ਗੱਲ ਵੀ ਹੋਈ ਹੈ। ਜਿਹੜਾ ਜ਼ੁਲਮ ਦਾ ਟਾਕਰਾ ਉਹਨਾਂ ਨੇ ਕੀਤਾ ਸਾਡੇ ਸਿੰਘਾਂ ਨੇ, ਉਹਦੀ ਗੱਲ ਵੀ ਹੋਈ ਹੈ। ਸੋ ਸੇਧ ਤਾਂ ਕਿਸੇ ਨਾ ਕਿਸੇ ਲੈਵਲ 'ਤੇ ਉਹਨਾਂ ਨੂੰ ਮਿਲੀ ਹੋਈ ਸੀ। ਜਿਨ੍ਹਾਂ 'ਤੇ ਜਿਹੜੇ ਸਿੱਖ ਘਰਾਂ ਜੰਮੇ ਸੀਗੇ, ਉਹ ਗੁੜਤੀ ਸੀ ਉਹਨਾਂ ਦੇ ਵਿੱਚ, ਬਿਲਕੁਲ, ਕਿ ਜ਼ੁਲਮ ਦੇ ਖਿਲਾਫ ਖੜੇ ਹੋਣਾ। ਉਹ ਸਪਿਰਿਟ ਨੂੰ ਕਦੇ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਗਦਰ ਪਾਰਟੀ ਦੀ ਸਥਾਪਨਾ ਜਦੋਂ ਹੁੰਦੀ ਹੈ, ਉਹ ਗੱਲ ਵੱਖਰੀ ਹੈ ਕਿ ਉੱਥੇ ਨਿਸ਼ਾਨਾ ਸੀਗਾ ਕਿ ਸੈਕੂਲਰ ਸਮਾਜ ਸਿਰਜਣਾ, ਜਿੱਥੇ ਧਰਮ ਦਾ ਕੋਈ ਦਖਲ ਨਹੀਂ ਹੋਏਗਾ, ਸਭ ਨੂੰ ਬਰਾਬਰਤਾ ਦਿੱਤੀ ਜਾਵੇਗੀ। ਉਹਨੂੰ ਉਹਦਾ ਬੂਟਾ ਲਾਉਣ ਵਾਲਿਆਂ ਵਿੱਚ ਅਜਿਹੇ ਲੋਕ ਵੀ ਸੀ ਜਿਹੜੇ ਆਸਤਿਕ ਸੀਗੇ, ਅਜਿਹੇ ਵੀ ਸੀ ਜਿਹੜੇ ਨਾਸਤਿਕ ਸੀ, ਅਜਿਹੇ ਵੀ ਸੀ ਜਿਹੜੇ ਸਿੱਖ ਸੀਗੇ, ਅਜਿਹੇ ਵੀ ਸੀ ਜਿਹੜੇ ਹਿੰਦੂ ਜਾਂ ਮੁਸਲਿਮ ਵੀ ਸੀਗੇ। ਇਹਨਾਂ ਸਾਰਿਆਂ ਦੀ ਜਿਹੜੀ ਸਾਂਝੀ ਜਿਹੜੀ ਦੇਣ ਆ, ਉਸ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇਹ ਨਹੀਂ ਕਿ ਇੱਕ ਪੱਖ ਨੂੰ ਉਭਾਰੀ ਚੱਲੋ, ਦੂਜੇ ਨੂੰ ਬਿਲਕੁਲ ਹੀ ਤੁਸੀਂ ਥੇ ਕਰਕੇ ਰੱਖ ਦਿਓ। ਸੋ ਮੈਂ ਸਮਝਦਾ ਕਿ ਬਹੁਤ ਵੱਡੀ ਬੱਜਰ ਗਲਤੀ, ਅਸੀਂ ਆਪਣੇ ਬਾਬਿਆਂ ਨੂੰ ਘਟਾ ਕੇ ਵੇਖ ਰਹੇ ਹਾਂ। ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਨਸਲਵਾਦ ਸਾਡੇ 'ਤੇ ਵੀ ਭਾਰੂ ਹੋ ਰਿਹਾ ਕਿ ਗੋਰੀ ਨਸਲ ਦੀ ਉੱਚਤਾ ਅਤੇ ਉੱਤਮਤਾ ਤੋਂ ਅਸੀਂ ਵੀ ਕਾਇਲ ਹੋਏ ਹਾਂ। ਅਸੀਂ ਸੋਚਦੇ ਹਾਂ ਕਿ ਸ਼ਾਇਦ ਇੱਥੇ ਡੈਮੋਕ੍ਰੇਸੀ ਜਾਂ ਸੈਕੂਲਰਿਜ਼ਮ, ਇਹ ਚੀਜ਼ਾਂ ਪਹਿਲਾਂ ਤੋਂ ਬਹੁਤ ਜ਼ਿਆਦਾ ਪ੍ਰਚਲਿਤ ਸੀਗੀਆਂ, ਇੱਥੇ ਆ ਕੇ ਲੋਕਾਂ ਨੂੰ ਅਚਾਨਕ ਇਸ ਤਰ੍ਹਾਂ ਦਾ ਖੁੱਲ੍ਹੀ ਫਿਜ਼ਾ ਦੇ ਵਿੱਚ ਉੱਠਣ ਬੈਠਣ ਦਾ ਮੌਕਾ ਮਿਲਿਆ। ਇੱਥੇ ਵੇਖ ਲਓ, ਇਹਨਾਂ ਮੁਲਕਾਂ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ। ਔਰਤਾਂ ਨੂੰ ਜਿਹੜਾ ਹੈ ਪਰਸਨ ਨਹੀਂ ਸੀ ਮੰਨਿਆ ਜਾਂਦਾ, ਵਿਅਕਤੀ ਨਹੀਂ ਸੀ ਮੰਨਿਆ ਜਾਂਦਾ। ਪਛੜੇਵਾਂ ਇੱਥੇ ਵੀ ਬਹੁਤ ਰਿਹਾ, ਪਰ ਜਿਹੜੀ ਸਾਡੇ ਆਪਣੇ ਵਿਰਸੇ ਜਿਹੜੀ ਸਾਨੂੰ ਗੱਲਾਂ ਮਿਲੀਆਂ ਸਾਡੇ ਬਾਬਿਆਂ ਨੂੰ, ਉਹਨੂੰ ਘਟਾ ਕੇ ਨਹੀਂ ਵੇਖ ਸਕਦੇ। ਗਦਰ ਪਾਰਟੀ ਦਾ ਬੂਟਾ ਲਾਉਣ ਵਾਲੇ ਵਿੱਚ ਸਭ ਤੋਂ ਮੂਰੇ ਜਿਹੜੇ ਲੋਕ ਸੀਗੇ, ਚਾਹੇ ਸੋਹਣ ਸਿੰਘ ਭਕਨਾ ਸੀ, ਚਾਹੇ ਕਰਤਾਰ ਸਿੰਘ ਸਰਾਭਾ, ਉਹ ਭਾਰਤ ਤੋਂ ਹੀ ਉਹਨਾਂ ਨੂੰ ਪਾਣ ਚੜੀ ਹੋਈ ਸੀ। ਕਰਤਾਰ ਸਿੰਘ ਸਰਾਭਾ ਤਾਂ ਛੋਟੀ ਉਮਰੇ ਬੰਗਾਲ ਵੀ ਜਾ ਕੇ ਰਿਹਾ, ਉੜੀਸਾ ਜਾ ਕੇ ਰਿਹਾ, ਉੱਥੇ ਤਾਂ ਇਨਕਲਾਬੀਆਂ ਦੇ ਸੰਪਰਕ 'ਚ ਰਿਹਾ, ਉਹ ਵੀ ਇੱਕ ਹਿੱਸਾ ਵਿਰਾਸਤ ਦਾ। ਸੋ ਪਿੱਛੋਂ ਵੀ ਕਾਫੀ ਕੁਝ ਲੈ ਕੇ ਆਏ ਸੀ ਲੀਡਰਸ਼ਿਪ ਦੇ ਲੈਵਲ 'ਤੇ। ਮੈਂ ਮੰਨ ਕੇ ਚੱਲਦਾ ਕਿ ਕਰਮ ਸਿੰਘ ਦੌਲਤਪੁਰ ਇਹਨਾਂ ਸਾਰਿਆਂ ਨੂੰ ਕਿਧਰੇ ਨਾ ਕਿਧਰੇ ਪਹਿਲਾਂ ਸਿੱਖੀ ਦੀ ਪਾਣ ਵੀ ਸੀ, ਜਿਹੜੀ ਬਾਅਦ 'ਚ ਜਿਸਨੇ ਉਹਨਾਂ ਨੂੰ ਬੱਬਰ ਅਕਾਲੀ ਲਹਿਰ 'ਚ ਕੁੱਦਣ ਨਹੀਂ ਪ੍ਰੇਰਿਆ। ਫਿਰ ਇਹ ਨਾ ਭੁੱਲੋ ਕਿ ਉਸ ਦਾ ਵੀ ਕਾਰਨ, ਜਦੋਂ ਇਹ ਗਦਰੀ ਬਾਬੇ ਜਦੋਂ ਵਾਪਸ ਮੁੜੇ ਨੇ, ਕਾਮਾਗਾਟਾ ਮਾਰੂ ਜਹਾਜ਼ ਜਦੋਂ ਗਿਆ, ਇਹਨਾਂ ਨੂੰ ਅਸਿੱਖ ਗਰਦਾਨਿਆ ਗਿਆ, ਗਦਰੀਆਂ ਨੂੰ ਵੀ ਅਸਿੱਖ ਗਰਦਾਨਿਆ ਗਿਆ, ਜਿਹੜੇ ਸਰਬਰਾਹ ਸੀ ਅਕਾਲ ਤਖ਼ਤ ਦੇ ਉਹਨਾਂ ਵੱਲੋਂ, ਜਿਹੜੇ ਬ੍ਰਿਟਿਸ਼ ਦੇ ਟਾਊਟ ਸੀ। ਉਸ ਵੇਲੇ ਜ਼ਰੂਰ ਉਹਨਾਂ ਨੂੰ ਸੋਝੀ ਆਈ ਹੋਵੇਗੀ ਕਿ ਅਸੀਂ ਕਿਸ ਨਾ ਕਿਸ ਤਰੀਕੇ ਨਾਲ ਇਹ ਪ੍ਰਬੰਧ ਆਪਣੇ ਹੱਥੀਂ ਲਈਏ, ਤਾਂ ਜਿਹੜੀ ਇਹ ਸਪੇਸ ਜਿਹੜੀ ਹੈ ਸਾਡੇ ਹੱਥੋਂ ਖੁੱਸ ਗਈ ਹੈ। ਜਿਵੇਂ ਸਿੱਖਾਂ ਦੇ ਉੱਤੇ ਗਲਬਾ ਜਿਹਾ ਕੀਤਾ ਹੋਇਆ ਬਰਤਾਨਵੀ ਹੁਕਮਰਾਨਾਂ ਨੇ ਇਹਨਾਂ ਟਾਊਟਾਂ ਦੇ ਥਰੂ, ਉਸ ਸਾਰੀ ਚੀਜ਼ ਨੂੰ ਚੈਲੰਜ ਕਰਨ ਵਾਸਤੇ ਉਹਨਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਵਿੱਚ ਕੁੱਦਣਾ ਪਿਆ। ਨਤੀਜਾ ਕੀ ਹੋਇਆ, ਜਦੋਂ ਬਾਅਦ 'ਚ ਜਦੋਂ ਬੱਬਰ ਅਕਾਲੀ ਜਾਂ ਗਦਰੀ ਜਦੋਂ ਉਹਨਾਂ ਦੇ ਕੋਲ ਕੰਟਰੋਲ ਆਇਆ, ਜਿਹੜੇ ਇਸ ਕਿਸਮ ਦੇ ਫੁਰਮਾਨ ਸੀ ਉਹ ਸਾਰੇ ਉਹਨਾਂ ਨੇ ਨਕਾਰੇ, ਸਾਰੇ ਰੱਦ ਕਰਵਾਏ। ਬਿਲਕੁਲ। ਸੋ ਇਹਨਾਂ ਗੱਲਾਂ ਨੂੰ ਬਿਨਾਂ ਸੋਚਿਆ, ਬਿਨਾਂ ਪੜ੍ਹਿਆ, ਬਿਨਾਂ ਜਾਣਿਆ ਜੇ ਆਪਾਂ ਇੱਕੋ ਹੀ ਪਾਸਾ ਉਭਾਰੀ ਜਾਣਾ, ਦੂਜੇ ਨੂੰ ਇਗਨੋਰ ਕਰਨਾ, ਮੇਰਾ ਨਹੀਂ ਖਿਆਲ ਕੋਈ ਇਨਸਾਫ ਆ। ਇੱਕ ਗੱਲ ਜਿਹੜੀ ਗਦਰੀ ਯੋਧਿਆਂ ਜਾਂ ਬੱਬਰ ਅਕਾਲੀ ਯੋਧਿਆਂ ਦੇ ਵਿੱਚੋਂ ਜਿਹੜੀ ਇਹ ਝਲਕਦੀ ਹੈ ਕਿ ਉਸ ਵੇਲੇ ਜਿਵੇਂ ਸਰਬਰਾਹ ਸਰਕਾਰਾਂ ਨੇ ਥਾਪੇ ਸੀ, ਬੇਸ਼ੱਕ ਉਹ ਬ੍ਰਿਟਿਸ਼ ਸਰਕਾਰ ਸੀ, ਅਰੂਟ ਸਿੰਘ ਵਰਗੇ ਜਾਂ ਹੋਰ ਹੈ, ਜਾਂ ਉਸ ਵੇਲੇ ਜਿਹੜੇ ਮਜੀਠੀਏ ਸਰਦਾਰ ਸੀ, ਜਾਂ ਉਸ ਵੇਲੇ ਪਟਿਆਲੇ ਵਾਲੇ ਰਾਜੇ ਸੀ, ਜਿਨ੍ਹਾਂ ਨੇ ਕਦੇ ਅਡਵਾਇਰ ਨੂੰ ਵੀ ਮਾਣ ਸਤਿਕਾਰ ਦਿੱਤਾ, ਜਨਰਲ ਡਾਇਰ ਨੂੰ ਵੀ ਸਤਿਕਾਰਿਆ, ਜਾਂ ਫੰਡ ਵੀ ਕ੍ਰੀਏਟ ਕੀਤੇ ਗਏ। ਉਸ ਫੰਡ ਕ੍ਰੀਏਟ ਕਰਨ ਦੀ ਵਿਵਸਥਾ ਜਾਂ ਉਹਨਾਂ ਨੂੰ ਇਹੋ ਜਿਹੀ ਜਿਹੜੀ ਸਹਿਯੋਗ ਦੇਣ ਦੀ ਜਿਹੜੀ ਸੋਚ ਸੀ ਇਹਨਾਂ ਸਰਦਾਰਾਂ ਦੀ, ਇਹਨਾਂ ਨੂੰ ਬਕਾਇਦਾ ਤੌਰ 'ਤੇ ਇਹਨਾਂ ਬੱਬਰ ਅਕਾਲੀਆਂ ਨੇ ਜਾਂ ਕੈਨੇਡਾ ਅਮਰੀਕਾ ਤੋਂ ਗਏ ਗਦਰੀ ਯੋਧਿਆਂ ਨੇ ਹੁਕਮਨਾਮੇ ਕਾਇਮ ਕਰਕੇ ਸੰਗਤਾਂ ਵੱਲੋਂ ਸੱਚੇ ਸਹੀ ਹੁਕਮਨਾਮੇ ਪ੍ਰਵਾਨ ਕਰਕੇ ਉਸ ਵੇਲੇ ਰੱਦ ਕੀਤਾ। ਤੇ ਅੱਜ ਵੀ ਉਹ ਲਿਖਤਾਂ ਸਾਡੇ ਕੋਲ ਮੌਜੂਦ ਨੇ
ਜਿਨ੍ਹਾਂ 'ਚ ਪੁਆਇੰਟ ਵਾਈਜ਼ ਇੱਕ ਇੱਕ ਨੰਬਰ ਕਰਕੇ ਸੰਗਤ ਫੈਸਲਾ ਕਰਦੀ ਹੈ ਕਿ ਅੱਜ ਤੋਂ ਬਾਅਦ ਮਹਾਰਾਜਾ ਪਟਿਆਲਾ ਸਿੱਖਾਂ ਦੇ ਵਿੱਚ ਕੋਈ ਉਸ ਦਾ ਥਾਂ ਨਹੀਂ, ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਸੁੰਦਰ ਸਿੰਘ ਮਜੀਠੀਆ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ, ਇਹਨੂੰ ਕੋਈ ਭਾਈ ਸਾਹਿਬ ਦਾ ਖਿਤਾਬ ਨਾ ਦੇਵੇ। ਇਹਨਾਂ ਨੇ ਐਡਵਾਇਰ ਡਾਇਰ ਨੂੰ ਸਤਿਕਾਰ ਦਿੱਤਾ, ਇਹਨੂੰ ਰੱਦ ਕਰਦੇ ਆ। ਅਰੂੜ ਸਿੰਘ ਨੂੰ ਰੱਦ ਕੀਤਾ ਜਾਂਦਾ। ਇੱਥੇ ਇੱਕ ਹੋਰ ਬੇਈਮਾਨੀ ਅਸੀਂ ਦੇਖਦੇ ਹਾਂ ਕਿ ਜਿਹੜੇ ਤਾਂ ਸਰਬਰਾਹਾਂ ਦੇ ਲਿਖੇ ਹੋਏ ਉਹ ਜਿਹੜੇ ਉਹਨਾਂ ਦੇ ਫਤਵੇ ਨੇ, ਉਹਨਾਂ ਦੀ ਗੱਲ ਤਾਂ ਇੱਕ ਵਰਗ ਖਾਸ ਤੌਰ 'ਤੇ ਕਰਦਾ, ਖਾਸ ਤੌਰ 'ਤੇ ਖੱਬੇ ਪੱਖੀ ਧਿਰਾਂ ਦੇ ਵਿੱਚੋਂ ਇੱਕ ਧਿਰ ਇਹੀ ਗੱਲ ਕਰਕੇ ਕਹਾਣੀ ਮੁਕਾ ਦਿੰਦੀ ਹੈ ਕਿ ਇਹਨਾਂ ਦਾ ਸਿੱਖੀ ਨਾਲ ਵਾਸਤਾ ਹੀ ਨਹੀਂ ਸੀ, ਆਹ ਇਹਨਾਂ ਦਾ ਜਿਹੜਾ ਪ੍ਰਸੰਗ ਸੀ ਤੇ ਉਹਨਾਂ ਨੇ ਰੱਦ ਕਰ ਦਿੱਤਾ ਸੀ। ਜਿਵੇਂ ਤੁਸੀਂ ਜ਼ਿਕਰ ਕੀਤਾ, ਜਿਹੜਾ ਦੂਸਰਾ ਪੱਖ ਹੈ, ਅਸਲੀ ਜਿਹੜੀ ਸਿੱਖ ਕੌਮ ਦੀ ਸਪਿਰਿਟ ਸੀ, ਜਾਂ ਇਹ ਜਿਹੜੇ ਬੱਬਰ ਅਕਾਲੀ ਜਾਂ ਯੋਧੇ ਸੀ ਜਾਂ ਇੱਥੋਂ ਗਏ ਸੀ, ਉਹਨਾਂ ਨੇ ਸੰਗਤਾਂ ਦੇ ਪਿੰਡਾਂ ਦੇ ਵਿੱਚ ਇਕੱਠ ਕਰ ਕਰਕੇ, ਕਿਉਂਕਿ ਦਰਬਾਰ ਦਾ ਜਿਹੜਾ ਉਸ ਵੇਲੇ ਕਬਜ਼ਾ ਸੀ, ਦਿੱਲੀ ਦਰਬਾਰ ਦਾ ਜੋ ਬ੍ਰਿਟਿਸ਼ ਸਰਕਾਰ ਦਾ, ਉਹ ਅਕਾਲ ਤਖਤ 'ਤੇ ਕਬਜ਼ਾ ਸੀ ਉਸ ਵੇਲੇ ਦਰਬਾਰ ਸਾਹਿਬ 'ਤੇ ਵੀ ਕਬਜ਼ਾ ਸੀ ਨਾ ਸਰਬਰਾਹਾਂ ਦਾ। ਅਤੇ ਹੁਣ ਸਿੱਖਾਂ ਕੋਲੇ ਕੀ ਥਾਂ ਸੀ? ਸਿੱਖਾਂ ਕੋਲੇ ਪਿੰਡਾਂ, ਸ਼ਹਿਰਾਂ ਜਾਂ ਛੋਟੇ ਛੋਟੇ ਕਸਬਿਆਂ ਦੇ ਵਿੱਚ ਜਗ੍ਹਾ ਸੀ। ਉਹ ਉੱਥੇ ਇਕੱਠੇ ਹੋ ਕੇ ਆਪਣੇ ਆਪਣੇ ਜਿਹੜੇ ਆ ਫੈਸਲੇ ਕਰਦੇ ਸੀ। ਉਹਨਾਂ ਫੈਸਲਿਆਂ ਨੂੰ ਗੁਰਮਤੇ ਦਾ ਨਾਂ ਦਿੰਦੇ ਸੀ। ਉਹਨਾਂ ਗੁਰਮਤਿਆਂ ਦੀ ਬਕਾਇਦਾ ਲਿਖਤੀ ਰੂਪ 'ਤੇ ਸਾਡੇ ਕੋਲੇ ਮੌਜੂਦ ਨੇ, ਪਰ ਉਹਨਾਂ ਨੂੰ ਸਾਂਝਾ ਨਹੀਂ ਕੀਤਾ ਜਾਂਦਾ। ਜਿਨ੍ਹਾਂ 'ਚੋਂ ਸਭ ਤੋਂ ਮੂਹਰੇ ਜੋ ਸਨ, ਕਿਸ਼ਨ ਸਿੰਘ ਗੜਗੱਜ, ਮਾਸਟਰ ਮੋਤਾ ਸਿੰਘ, ਕਰਮ ਸਿੰਘ ਦੌਲਤਪੁਰ, ਇਹ ਸਾਰੇ ਦੇ ਸਾਰੇ ਲੋਕ ਸਨ ਜਿਨ੍ਹਾਂ ਨੇ ਉਸ ਵੇਲੇ ਇਹ ਸਾਰੇ ਫਤਵੇ ਰੱਦ ਕਰਵਾਏ। ਅੱਜ ਕਈ ਮੈਡਲ ਲਵਾਉਣ ਲਈ ਬਾਰ-ਬਾਰ ਹੁੱਬ ਕੇ ਕਹਿੰਦੇ ਨੇ ਕਿ ਗਦਰੀਆਂ ਦੇ ਖਿਲਾਫ ਜਿਹੜੇ ਫਤਵੇ ਆ ਅਸੀਂ ਰੱਦ ਕਰਵਾਏ ਆ, ਬਲਕਿ ਇਹ ਰੱਦ ਤਾਂ ਉਦੋਂ ਹੀ ਹੋ ਚੁੱਕੇ ਸੀ। ਗੁਰਜਰ ਸਿੰਘ ਜੀ, ਇਹ ਬਹੁਤ ਵੱਡਾ ਇੱਕ ਧਰੋਹ ਹੋ ਰਿਹਾ, ਬਹੁਤ ਵੱਡੀ ਸਮੱਸਿਆ ਵਾਲੀ ਕਿ ਜਿਹੜਾ ਇਤਿਹਾਸ ਦੇ ਵਿੱਚ ਜਿਹੜੀ ਗੱਲ ਜਿਸ ਰੂਪ 'ਚ ਹੋਈ ਹੋਵੇ ਉਸ ਰੂਪ 'ਚ ਪੇਸ਼ ਕਰਨ ਦੀ ਥਾਂ 'ਤੇ ਆਪਣੀ ਇੰਟਰਪ੍ਰੀਟੇਸ਼ਨ ਤੁਸੀਂ ਦੇ ਰਹੇ ਹੋ ਜੀ, ਔਰ ਉਹ ਆਪਣੇ ਸੌੜੇ ਹਿੱਤਾਂ ਦੀ ਖਾਤਰ ਕੈਂਪ ਬਣਾਏ ਹੋਏ ਆ ਜੀ। ਖੱਬੇ ਪੱਖੀਆਂ ਦੇ ਕੈਂਪ ਨੂੰ ਮਾਰੋ, ਇਹ ਸਿੱਖ ਕੈਂਪ ਨੂੰ ਨੀਵਾਂ ਕਰ ਦਿਓ। ਮੇਰਾ ਖਿਆਲ ਇਹ ਜਿਹੜੀਆਂ ਗੱਲਾਂ ਨੇ ਬਹੁਤੀਆਂ ਕੋਈ ਚੱਜ ਦੀਆਂ ਗੱਲਾਂ ਨਹੀਂ ਗਈਆਂ ਬਣੀਆਂ। ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਉਸ ਲੜਾਈ ਵਿੱਚ ਸਾਂਝੇ ਤੌਰ 'ਤੇ ਖੱਬੇ ਪੱਖੀ ਵੀ ਸ਼ਾਮਲ ਸੀਗੇ, ਸਿੱਖ ਵੀ ਸ਼ਾਮਲ ਸੀਗੇ, ਆਪਣੇ ਆਪਣੇ ਤਰੀਕੇ ਨਾਲ ਲੜਾਈ ਲੜ ਰਹੇ ਸੀ। ਕਿਸੇ ਨੂੰ ਸੇਧ ਮਿਲਦੀ ਸੀ ਬੋਲਸ਼ੇਵਿਕ ਇਨਕਲਾਬ ਨੂੰ, ਕਿਸੇ ਤੋਂ ਮਿਲੀ, ਕਿਸੇ ਨੂੰ ਸਿੱਖੀ ਤੋਂ ਮਿਲ ਗਈ। ਉਹ ਜੇ ਇਕੱਠੇ ਹੋ ਕੇ ਇੱਕ ਸਾਂਝੇ ਨਿਸ਼ਾਨੇ ਦੇ ਵੱਲ ਤੁਰੇ ਤਾਂ ਸਾਨੂੰ ਉਸ ਗੱਲ ਦਾ ਸਤਿਕਾਰ ਕਰਨਾ ਚਾਹੀਦਾ। ਸੰਤ ਵਿਸਾਖਾ ਸਿੰਘ ਜਿਹੜੇ ਗਦਰ ਪਾਰਟੀ ਨਾਲ ਜੁੜੇ ਰਹੇ ਨੇ, ਜਿਨ੍ਹਾਂ ਨੇ ਇੰਨਾ ਸਮਾਂ ਜੇਲ੍ਹ 'ਚ ਵੀ ਬਿਤਾਰਿਆ, ਫਿਰ ਜਿਹੜੇ ਸ਼ਹੀਦ ਪਰਿਵਾਰਾਂ ਦੀ ਬਾਂਹ ਫੜੀ ਉਹਨਾਂ ਨੇ, ਹਾਂਜੀ, ਜਿਹੜੇ ਬਾਅਦ 'ਚ ਅਕਾਲ ਤਖਤ 'ਤੇ ਥਾਪੇ ਵੀ ਗਏ ਜੀ, ਉਹਨਾਂ ਨੇ ਵੀ ਕਈ ਚੀਜ਼ਾਂ ਕੀਤੀਆਂ, ਦੁਰਸਤ ਕੀਤੀਆਂ। ਉਹਨਾਂ ਦੇ ਸਾਥੀ ਸੀ ਜਵਾਲਾ ਸਿੰਘ ਠੱਠੀਆਂ, ਜਿਹਨਾਂ ਉਹਨਾਂ ਦਾ ਬਿਲਕੁਲ ਵੱਖਰੇ ਕਿਸਮ ਦਾ ਦ੍ਰਿਸ਼ਟੀਕੋਣ ਸੀਗਾ। ਧਰਮ 'ਚ ਉਹਨਾਂ ਦੀ ਉਸ ਤਰ੍ਹਾਂ ਦੀ ਆਸਥਾ ਨਹੀਂ ਸੀਗੀ, ਪਰ ਸੀਗੇ ਬਹੁਤ ਚੰਗੇ ਮਿੱਤਰ, ਆਪਸ 'ਚ ਬਹੁਤ ਗੂੜਾ ਪਿਆਰ ਸੀ ਉਹਨਾਂ ਦਾ। ਸੋ ਉਹਨਾਂ ਨੂੰ ਤੁਸੀਂ ਕਿਹੜੇ ਖਾਤੇ ਪਾਓਗੇ? ਇਸ ਤਰ੍ਹਾਂ ਦੀ ਮਿੱਤਰਤਾ ਨੂੰ, ਦੋਸਤੀ ਨੂੰ ਕਿਹੜੇ ਖਾਤੇ ਪਾਓਗੇ? ਸੋ ਉਹਨਾਂ ਨੇ ਇਕੱਠਿਆਂ ਹੋ ਕੇ ਲੜਾਈ ਲੜੀ ਆ ਵਾਲੀ। ਸੋ ਇਹ ਵਿਸ਼ਾਲਤਾ ਐਸੀ ਗੱਲ ਦੇ ਵਿੱਚ ਹੈ, ਤੁਸੀਂ ਇਸ ਗੱਲ ਨੂੰ ਸਵੀਕਾਰ ਕਰੋ। ਪਹਿਲੀ ਗੱਲ ਆ ਭੰਡੀ ਪ੍ਰਚਾਰ ਕੇ ਸਿੱਖ ਜਿਹੜੇ ਜਥੇਦਾਰ ਸੀਗੇ ਉਹਨਾਂ ਨੇ ਆਹ ਕੀਤਾ, ਪਹਿਲੀ ਗੱਲ ਉਹ ਸਿੱਖ ਜਥੇਦਾਰ ਸੀ ਜਾਂ ਨਹੀਂ ਸੀ, ਇਹ ਤਾਂ ਪਹਿਲਾਂ ਤੈਅ ਕਰ ਲਓ। ਫਿਰ ਜਿਹੜਾ ਐਵੇਂ ਕੋਈ ਫੀਤੀ ਲਵਾਉਣ ਦੀ ਖਾਤਰ ਉੱਠ ਕੇ ਅੱਜ ਕਹਿੰਦਾ ਜੀ ਮੈਂ ਜਾ ਕੇ ਅਕਾਲ ਤਖਤ ਤੋਂ ਚਿੱਠੀ ਲੈ ਆਇਆ ਜੀ, ਉਹ ਸਾਰੇ ਜਿਹੜੇ ਹੁਕਮਨਾਮੇ ਰੱਦ ਹੋ ਗਏ, ਤੁਹਾਡਾ ਬਿਲਕੁਲ ਕਹਿਣਾ ਦਰੁਸਤ ਹੈ। ਹੁਕਮਨਾਮੇ ਤਾਂ ਉਦੋਂ ਤੋਂ ਰੱਦ ਹੋਏ। ਸਾਨੂੰ ਇਹ ਕ੍ਰੈਡਿਟ ਦੇਣਾ ਚਾਹੀਦਾ ਸੰਤ ਵਿਸਾਖਾ ਸਿੰਘ ਨੂੰ, ਉਹਨਾਂ ਲੋਕਾਂ ਨੂੰ ਜਿਹਦੇ ਕਰਕੇ ਸਿੱਖੀ ਬਾਅਦ 'ਚ ਉਸ ਦੀ ਜਿਹੜੀ ਪਰਿਭਾਸ਼ਾ ਜਾਂ ਸਰੂਪ ਉਹ ਸੁਧਰ ਗਿਆ ਤੇ ਬਦਲ ਗਿਆ, ਸਹੀ ਰੂਪ 'ਚ ਸਾਹਮਣੇ ਆਇਆ। ਨਹੀਂ ਤਾਂ ਪਹਿਲਾਂ ਦੇ ਉਹ ਸਰਬਰਾਹ ਜਿਹੜੇ ਸੀਗੇ ਉਹਨਾਂ ਨੂੰ ਜਥੇਦਾਰ ਦੇ ਬਰਾਬਰ ਮੰਨਣਾ, ਹਾਂਜੀ, ਔਰ ਜਥੇਦਾਰਾਂ ਦੇ ਖਾਤੇ ਪਾ ਲੈਣਾ, ਮੇਰਾ ਖਿਆਲ ਬਹੁਤ ਵੱਡੀ ਬੇਇਨਸਾਫੀ ਸੀ। ਪਰ ਥੋੜ੍ਹਾ ਜਿਹਾ ਗਿਲਾ ਮੈਨੂੰ ਸ਼੍ਰੋਮਣੀ ਕਮੇਟੀ 'ਤੇ ਵੀ ਹੈ, ਜਿਹੜਾ ਕਿਤਾਬਚਾ ਕੱਢਿਆ ਉਹਨਾਂ ਨੇ ਅਕਾਲ ਤਖਤ ਜਥੇਦਾਰਾਂ ਦਾ, ਸੰਤ ਵਿਸਾਖਾ ਸਿੰਘ ਦਾ ਜ਼ਿਕਰ ਉੱਚ ਕਿਉਂ ਨਹੀਂ ਹੈ? ਇਹਦਾ ਜਵਾਬ ਤੇ ਉਹ ਦੇਣ। ਜੀ, ਇਹ ਗੱਲ ਤੁਹਾਡੀ ਦਰੁਸਤ ਹੈ। ਇਸ ਦੇ ਬਾਰੇ ਜ਼ਰੂਰ ਇੱਕ ਵਿਚਾਰ ਵੀ ਹੋਣੀ ਚਾਹੀਦੀ ਹੈ। ਜਦੋਂ ਕਿ ਗਦਰ ਲਹਿਰ ਦਾ ਜਿਹੜਾ ਅਸਲ ਗਦਰ ਪਾਰਟੀ ਦਾ ਬੂਟਾ ਲਾਇਆ, ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ ਜਾਂ ਬਾਬਾ ਸੋਹਣ ਸਿੰਘ ਪਕਣਾ ਅਤੇ ਹੋਰ ਸਾਰੇ, ਉਹਨਾਂ ਦੇ ਵਿੱਚੋਂ ਇਹ ਦੋ ਜਿਹੜੇ ਬਾਬੇ ਬੜੇ ਮਸ਼ਹੂਰ ਨੇ। ਇਹਨਾਂ ਨੇ ਆਪਣੇ ਜਿਹੜੇ ਕਾਰੋਬਾਰ ਨੂੰ, ਜੇ ਅਸੀਂ ਕਰਮ ਸਿੰਘ ਦੌਲਤਪੁਰ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਨ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਨੇ ਆਪਣੀ ਜ਼ਮੀਨ ਜਿਹੜੀ ਹੈ ਐਬਸਪੋਰਟ ਦੀ ਸਾਰੀ ਜਗ੍ਹਾ ਜਿਹੜੀ ਹੈ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੀ ਅਤੇ ਆਪ ਸ਼ਹੀਦ ਹੋ ਗਏ। ਅਤੇ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ ਜਿਹੜੇ ਉਸ ਵੇਲੇ ਆਲੂਆਂ ਦੇ ਕਿੱਡੇ ਵੱਡੇ ਜਿਹੜੇ ਫਾਰਮਰ ਸੀ। ਅਤੇ ਕਮਾਲ ਦੀ ਗੱਲ ਹੈ ਕਿ 1910-11 ਦੇ ਵਿੱਚ ਇੱਥੇ ਸਕਾਲਰਸ਼ਿਪ ਸ਼ੁਰੂ ਕਰਨੇ, ਬੱਚਿਆਂ ਨੂੰ ਜਿਹੜੇ ਅੱਜ ਸਟੂਡੈਂਟਸ ਨਾਲ ਨਫ਼ਰਤ ਕਰ ਰਹੇ ਆ ਜਾਂ ਸਟੂਡੈਂਟਸ ਦੀਆਂ ਵੀਡੀਓ ਬਣਾ ਕੇ ਨਿੱਕੇ ਜਿਹੇ ਇਸ਼ੂ ਨੂੰ ਵੱਡੇ ਜਿਹੜੇ ਆ ਉਹਨਾਂ ਨੂੰ ਬਾਤ ਦਾ ਪਤੰਗੜ ਬਣਾ ਕੇ ਬਦਨਾਮ ਕਰ ਰਹੇ ਆ, ਅਤੇ ਇੱਕ ਦੀ ਗਲਤੀ ਨੂੰ ਸਾਰਿਆਂ ਦੇ ਸਿਰ ਮੜ ਕੇ ਉਹਨੂੰ ਬਦਨਾਮ ਕਰ ਰਹੇ ਆ। ਉਹ ਸਬਕ ਸਿੱਖਣ ਕਿ ਕਿਵੇਂ ਵਿਦਿਆਰਥੀਆਂ ਨੂੰ 1910-11 ਦੇ ਵਿੱਚ ਸਾਂਭਦੇ ਸੀ, ਉਹ ਕਿਵੇਂ ਉਹਨਾਂ ਨੂੰ ਸਕਾਲਰਸ਼ਿਪ ਦੇ ਕੇ ਪੜ੍ਹਾਉਂਦੇ ਸੀ, ਕਿਸ ਤਰੀਕੇ ਨਾਲ ਉਹ ਬਕਾਇਦਾ ਉਹਨਾਂ ਦੀ ਮਦਦ ਕਰਦੇ ਸੀ, ਅਤੇ ਕਿਵੇਂ ਉਹਨਾਂ ਨੇ ਆਪਣਾ ਸਾਰਾ ਝੁੱਗਾ ਚੌੜ ਕਰਾਇਆ, ਘਰ ਫੂਕ ਤਮਾਸ਼ਾ ਦੇਖਿਆ। ਇੱਥੇ ਅਮਰੀਕਾ ਕੈਨੇਡਾ ਤੋਂ ਸਭ ਕੁਝ ਛੱਡ ਕੇ
ਆਪਣਾ ਹੱਸਦਾ ਵਸਦਾ ਸੰਸਾਰ ਛੱਡ ਕੇ ਇੱਕ ਆਜ਼ਾਦੀ ਦੀ ਲਹਿਰ 'ਚ ਕੁੱਦੇ। ਹੁਣ ਇਸ ਗੱਲ ਨੂੰ ਅਸੀਂ ਜੇ ਛੁਟਿਆਉਣੇ ਆ ਤੇ ਆਪਣੇ ਕ੍ਰੈਡਿਟ ਨੂੰ ਵਧਾਉਣੇ ਆ ਤਾਂ ਇਹ ਬੜਾ ਵੱਡਾ ਧੋਖਾ ਹੈ, ਕਿਉਂਕਿ ਜੇ ਇਤਿਹਾਸ ਪੜ੍ਹੀਏ ਤਾਂ ਸਰਬਰਾਹਾਂ ਨੇ ਜੋ ਕੁਝ ਕੀਤਾ ਹੈ ਉਸ ਨੂੰ ਰੱਦ ਕਰਵਾਉਣ ਵਾਲੇ ਸ਼ਹੀਦ ਕਰਮ ਸਿੰਘ ਬੱਬਰ ਵਰਗੇ ਯੋਧੇ ਸਨ। ਉਹਨਾਂ ਨੇ ਉਸ ਵੇਲੇ ਮੁਹਿੰਮ ਚਲਾ ਲਈ ਤੇ ਉਸ ਵੇਲੇ ਮੁਹਿੰਮ ਚਲਾ ਕੇ ਉਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਅੱਜ ਵੀ ਸਰਬਰਾਹ ਕਿਸਮ ਦੀ ਜਿਹੜੀ ਸੋਚ ਹੈ ਅੱਜ ਦੀ ਦਿੱਲੀ ਦਰਬਾਰ ਦੀ ਜਾਂ ਉਸ ਦੇ ਗਲਬੇ ਦੀ, ਜਿਹੜੀਆਂ ਸਾਡੀ ਪੰਥਕ ਸਰਕਾਰਾਂ ਦੇ ਸੋ ਕਾਲਡ ਜਿਹੜੇ ਆਗੂ ਹੈ, ਜਿਵੇਂ ਉੱਥੋਂ ਜੋ ਮਰਜ਼ੀ ਦੇ ਜਿਹੜੀਆਂ ਮਾਫੀਨਾਮੇ ਦਬਾਉਂਦੇ ਨੇ ਜਾਂ ਉੱਥੋਂ ਮਰਜ਼ੀ ਦੇ ਹੁਕਮਨਾਮੇ ਕਢਾਉਂਦੇ ਨੇ, ਇਹ ਸਾਰਾ ਕੁਝ ਜਿਹੜਾ ਹੈ ਇਹ ਵੀ ਅੱਜ ਵਿਚਾਰਨ ਵਾਲੀ ਗੱਲ ਹੈ। ਅੱਜ ਦੇ ਸਮੇਂ ਨੂੰ ਵੀ ਵੇਖੀਏ, ਜੇ ਕਰਮ ਸਿੰਘ ਦੌਲਤਪੁਰ ਦੀ ਸ਼ਹਾਦਤ ਨੂੰ ਅੱਜ ਦੇ ਪ੍ਰਸੰਗ 'ਚ ਵਿਚਾਰੀਏ ਤਾਂ ਕੀ ਮਹਿਸੂਸ ਕਰਦੇ ਹੋ? ਗੁਰਦਰ ਸਿੰਘ ਦੀ ਗੱਲ ਦੱਸਾਂ ਕਿ ਦੇਖੋ, ਜਿਹੜਾ ਕਰਮ ਸਿੰਘ ਦੌਲਤਪੁਰ ਜਾਂ ਜਿਹੜਾ ਜਵਾਲਾ ਸਿੰਘ ਠੱਠੀਆਂ ਜਾਂ ਵਸਾਖਾ ਸਿੰਘ ਉਹਨਾਂ ਨੇ ਆਲੂ ਫਾਰਮ ਬਣਾਇਆ ਉੱਥੇ, ਉਹ ਇੱਕ ਗੱਲ ਵੀ ਇਹ ਵੀ ਦੱਸਦੀ ਹੈ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ 'ਚ ਇਸ ਗੱਲ ਦੀ ਵੀ ਸੋਝੀ ਸੀ ਕਿ ਅਸੀਂ ਕਿਵੇਂ ਐਂਟਰਪ੍ਰੇਨਿਓਰ ਬਣਨਾ, ਕਿਵੇਂ ਅਸੀਂ ਇਨਵੈਸਟਮੈਂਟ ਕਰਨੀ ਹੈ, ਕਿਵੇਂ ਅਸੀਂ ਕਾਰੋਬਾਰ ਖੜੇ ਕਰਨੇ ਆ ਤਾਂ ਕਿ ਆਉਂਦੀਆਂ ਨਸਲਾਂ ਸਾਡੀਆਂ ਸੌਖੀਆਂ ਰਹਿ ਸਕਣ। ਇਹ ਵੀ ਵਿਜ਼ਨ ਸੀ ਉਹਨਾਂ ਕੋਲ। ਬਿਲਕੁਲ, ਇਕੱਲਾ ਇਹ ਨਹੀਂ ਸੀ ਕਿ ਸਿਰਫ ਖੰਡਾ ਖੜਕਾਉਣ ਤੱਕ ਉਹਨਾਂ ਦੀ ਗੱਲ ਸੀ ਮਸੀ। ਜਦੋਂ ਪਾਣੀ ਸਿਰ ਦੇ ਉੱਪਰੋਂ ਲੰਘ ਗਿਆ, ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਵਾਂਗੂ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਤਾਂ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੈ। ਉਸ ਪੀਰੀਅਡ ਦੇ ਮੁਤਾਬਕ ਉਹਨਾਂ ਨੂੰ ਉਹ ਰਾਹ ਲੈਣਾ ਪਿਆ। ਅਦਰਵਾਈਜ਼ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਇੱਥੋਂ ਦੇ ਵੱਡੇ ਸਮਾਜ ਦਾ ਹਿੱਸਾ ਬਣੀਏ, ਯੋਗਦਾਨ ਪਾਈਏ, ਔਰ ਪਾਇਆ ਉਹਨਾਂ ਨੇ ਜੀ। ਜਿਹੜੇ ਲੋਕ ਅੱਜ ਵੀ ਗੱਲਾਂ ਕਰਦੇ ਨੇ ਕਿ ਤੁਸੀਂ ਹਿੰਸਾ ਦੀ ਗੱਲ ਕਰਦੇ ਹੋ, ਤੁਸੀਂ ਉਹਦੀ ਗੱਲ ਨਹੀਂ ਕਰਦੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪਰ ਇਤਿਹਾਸ ਤੇ ਪੜ੍ਹ ਲਓ। ਹਾਂ, ਸਾਡੇ ਬਜ਼ੁਰਗਾਂ ਨੇ ਕਦੋਂ ਜਿਹੜਾ ਹੈ ਇਸ ਗੱਲ ਦੀ ਕੋਸ਼ਿਸ਼ ਨਹੀਂ ਕੀਤੀ ਕਿ ਵੱਡੇ ਸਮਾਜ ਦਾ ਹਿੱਸਾ ਬਣੀਏ। ਵੋਟ ਪਾਉਣ ਦਾ ਹੱਕ ਲੈਣ ਦੀ ਖਾਤਰ ਲੜਾਈ ਲੜੀ, ਉਹ ਇਸੇ ਲੜਾਈ ਦਾ ਹਿੱਸਾ ਸੀ। ਟੱਬਰਾਂ ਨੂੰ ਲਿਆਉਣ ਦੀ, ਖੁੱਲ੍ਹ ਦਿਵਾਉਣ ਦੀ ਗੱਲ ਜਿਹੜੀ ਸੀਗੀ ਉਹ ਵੀ ਇਸੇ ਕਵਾਇਦ ਦਾ ਹਿੱਸਾ ਸੀ। ਜਿਹੜੇ ਨੌਜਵਾਨ ਉੱਥੋਂ ਆਏ ਉਹਨਾਂ ਨੂੰ ਪੜ੍ਹਾਇਆ ਲਿਖਾਇਆ, ਸਾਂਭਿਆ। ਅੱਜ ਜੋ ਹਾਲਾਤ ਵੇਖ ਰਹੇ ਹਾਂ ਕਿ ਜਿਵੇਂ ਤੁਸੀਂ ਦੱਸਿਆ ਸਟੂਡੈਂਟਾਂ ਦੀ ਖਿੱਲੀ ਉਡਾਈ ਜਾ ਰਹੀ ਆ, ਕਈ ਗੁਰੂ ਘਰਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਲੰਗਰ ਖਾਣ ਲਈ ਨਾ ਆਓ, ਜੇ ਕੋਈ ਲੰਗਰ ਖਾਂਦਾ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਉੱਥੇ। ਸੋ ਇਹ ਜਿਹੜੀਆਂ ਗੱਲਾਂ ਨੇ ਪੁੱਠਾ ਗੇੜਾ ਦਿੱਤਾ ਜਾ ਰਿਹਾ। ਅਸੀਂ ਉਹਨਾਂ ਦੀ ਸੋਚ ਤੋਂ ਬਿਲਕੁਲ ਥਿੜਕ ਚੁੱਕੇ ਹਾਂ, ਉਹ ਵਾਲੀ ਗੱਲ ਹੀ ਨਹੀਂ ਹੋ ਰਹੀ ਜੀ। ਫਿਰ ਜਿਹੜੀ ਗੱਲ ਹੋਈ ਕਿ ਉਹਨਾਂ ਨੇ ਤਾਂ ਜੋ ਕਰਕੇ ਵਿਖਾਣਾ ਸੀ ਵਿਖਾਤਾ। ਹੁਣ ਘੱਟੋ ਘੱਟ ਅਸੀਂ ਇਹ ਤਾਂ ਇਸ ਦੀ ਗੱਲ ਤਾਂ ਸ਼ਰਮ ਤੇ ਕਰੀਏ ਨਾ ਕਿ ਅੱਜ ਅਸੀਂ ਇੱਥੇ ਖੁੱਲ੍ਹੀ ਫਿਜ਼ਾ 'ਚ ਆਨੰਦ ਮਾਣ ਰਹੇ ਹਾਂ। ਉਹ ਖੁੱਲ੍ਹੀ ਫਿਜ਼ਾ ਸਾਨੂੰ ਇਹਨਾਂ ਬਾਬਿਆਂ ਦੀ ਬਦੌਲਤ ਮਿਲੀ ਹੋਈ ਹੈ। ਹਾਂਜੀ, ਘੱਟੋ ਘੱਟ ਹੋਰ ਨਾ ਸਹੀ ਤੇ ਇੱਥੇ ਬਹਿ ਕੇ ਜੋ ਸਾਨੂੰ ਪਤਾ ਕਿ ਇੰਡੀਅਨ ਸਟੇਟ ਸਾਡਾ ਕੱਖ ਨਹੀਂ ਕਰ ਸਕਦਾ, ਤੇ ਜਿਹੜੇ ਲੋਕ ਉੱਥੇ ਜ਼ੁਲਮ ਦੇ ਖਿਲਾਫ ਲੜ ਰਹੇ ਉਹਨਾਂ ਦੇ ਖਿਲਾਫ ਆਵਾਜ਼ ਤਾਂ ਬੁਲੰਦ ਕਰੋ। ਬਿਲਕੁਲ, ਆਪਣਾ ਮੂੰਹ ਤਾਂ ਖੋਲੋ। ਮੂੰਹ ਨੂੰ ਘੁੰਗਣੀਆਂ ਦਿੱਤੀਆਂ ਹੋਈਆਂ, ਮਤਲਬ ਇਹਨਾਂ ਨੂੰ ਅਜੇ ਇਸ ਗੱਲ ਦੀ ਪਰੇਸ਼ਾਨੀ ਕਿ ਸਾਨੂੰ ਕੱਲ੍ਹ ਨੂੰ ਵੀਜ਼ਾ ਨਹੀਂ ਮਿਲੂਗਾ ਇੰਡੀਆ ਗੌਰਮੈਂਟ ਦਾ। ਉਹ ਤਾਂ ਫਾਂਸੀ ਚੜ੍ਹ ਗਏ, ਤੁਸੀਂ ਵੀਜ਼ੇ ਪਿੱਛੇ ਮਰੀ ਜਾਂਦੇ ਹੋ। ਕਮਾਲ ਦੀ ਗੱਲ। ਸੋ ਇਹ ਅਫਸੋਸ ਦੀ ਗੱਲ ਹੈ ਕਿ ਜਿਹੜਾ ਕੰਮ ਕਰ ਗਏ ਜ਼ੁਲਮ ਸਤਮ ਦੇ ਖਿਲਾਫ, ਇਕੱਲਾ ਇਹ ਨਿਸ਼ਾਨਾ ਨਹੀਂ ਸੀ ਉਹਨਾਂ ਦੇ ਗੋਰੇ ਬਾਹਰ ਕੱਢਣੇ, ਸਭ ਠੀਕ ਹੋ ਜਾਊਗਾ। ਭਗਤ ਸਿੰਘ ਦੀ ਸੋਚ ਵੀ ਇਹੀ ਸੀ ਕਿ ਭੂਰੇ ਜੇ ਗੋਰੇ ਗਏ ਤਾਂ ਭੂਰੇ ਆਉਣਗੇ। ਸਾਡੀ ਲੜਾਈ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਲੁੱਟ ਚੱਲਦੀ ਰਹੇਗੀ। ਗਦਰੀ ਵੀ ਬਰਾਬਰੀ ਦਾ ਸਮਾਜ ਛੱਡਣਾ ਚਾਹੁੰਦੇ ਸੀ, ਜਿਹੜਾ ਸੁਪਨਾ ਅਜੇ ਅਧੂਰਾ ਪੂਰਾ ਨਹੀਂ ਹੋਇਆ। ਨਤੀਜਾ ਇਹਦਾ ਇਹ ਹੋਇਆ ਕਿ ਆਜ਼ਾਦੀ ਤੋਂ ਬਾਅਦ ਵੀ ਸੋਹਣ ਸਿੰਘ ਭਗਣੇ ਨੂੰ ਵੀ ਜੇਲ੍ਹ ਜਾਣਾ ਪਿਆ, ਬੂਜਾ ਸਿੰਘ ਵਰਗੇ ਦਾ ਮੁਕਾਬਲਾ ਬਣਾ ਦਿੱਤਾ ਗਿਆ। ਸੋ ਇਹ ਗੱਲਾਂ ਇਸ ਗੱਲ ਦੀ ਸੂਚਕ ਨੇ ਕਿ ਲੜਾਈ ਅਜੇ ਜਾਰੀ ਹੈ, ਮੁੱਕੀ ਨਹੀਂ ਹੈ। ਘੱਟੋ ਘੱਟ ਜੇ ਉਹਨਾਂ ਨੇ ਤੁਹਾਨੂੰ ਹੱਕ ਦਵਾ ਤੇ ਤੁਹਾਨੂੰ ਹੱਕ ਮਿਲ ਗਏ ਤਾਂ ਉਸ ਦਾ ਹੱਕ ਦਾ ਫਾਇਦਾ ਦੂਜਿਆਂ ਨੂੰ ਦਵਾਓ। ਇਹ ਤਾਂ ਸਗੋਂ ਖੜੇ ਆਪਣਾ ਭਾਗੋ ਦੇ ਕੈਂਪ 'ਚ ਤੇ ਬਾਕੀਆਂ ਦੇ ਹੱਕ ਹੋਣ ਦੀਆਂ ਗੱਲਾਂ ਕਰ ਰਹੇ ਨੇ। ਸੋ ਇਹ ਤਾਂ ਬਿਲਕੁਲ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ। ਜਦੋਂ ਅਸੀਂ ਦੇਖਦੇ ਹਾਂ ਕਿ ਕਰਮ ਸਿੰਘ ਦੌਲਤਪੁਰ ਪੰਜਾਬ ਪਰਤੇ ਤੇ ਉਹਨਾਂ ਨੇ ਸਿੰਘ ਸੱਜ ਕੇ ਬਕਾਇਦਾ ਬੱਬਰ ਅਕਾਲੀ ਦੁਆਬਾ ਜਿਹੜਾ ਅਖਬਾਰ ਕੱਢਿਆ, ਉਸ ਸਮੇਂ ਦੀ ਜਿਹੜੀ ਇਤਿਹਾਸਕ ਗਾਥਾ ਬਹੁਤ ਸੋਹਣੀ ਗਦਰੀ ਯੋਧਿਆਂ ਦੇ ਨਾਲ ਬੱਬਰ ਅਕਾਲੀਆਂ ਦੇ ਇਤਿਹਾਸ ਜੋ ਨਿੱਜਰ ਸਾਹਿਬ ਨੇ ਬੜੇ ਸੋਹਣੀ ਕਿਤਾਬ ਲਿਖੀ ਹੈ, ਉਹਦੇ ਵਿੱਚ ਵੇਰਵਾ ਦਿੱਤਾ ਬੜਾ ਸੋਹਣਾ। ਇੱਕ ਬੜੀ ਰੌਚਕ ਗੱਲ ਹੈ ਕਿ ਜਦੋਂ ਉਹ ਜਾ ਕੇ ਮਾਸਟਰ ਮੋਤਾ ਸਿੰਘ ਜਾਂ ਕਿਸ਼ਨ ਸਿੰਘ ਗੜਗੱਜ ਇਹਨਾਂ ਦਾ ਮੇਲ ਜੋਲ ਹੁੰਦਾ, ਦੇਖੋ ਇੱਕ ਦੂਜੇ ਦਾ ਸਤਿਕਾਰ। ਜਦੋਂ ਬੱਬਰ ਅਕਾਲੀ ਦੁਆਬਾ ਮਸ਼ਹੂਰ ਹੋ ਗਿਆ, ਇੱਕ ਇਹ ਸਰਕੂਲਰ ਬਕਾਇਦਾ ਹੋਣਾ ਸ਼ੁਰੂ ਹੋਇਆ, ਤਾਂ ਇਹਨਾਂ ਨੇ ਬਕਾਇਦਾ ਉਡਾਰੂ ਪ੍ਰੈਸ ਨਾਂ ਰੱਖ ਕੇ ਉਹ ਤੋਂ ਛਾਪਿਆ ਤੇ ਮਿਲੇ ਆਪਸ ਵਿੱਚ ਬੈਠੇ। ਕਹਿੰਦੇ ਕਿ ਇਹ ਬੱਬਰ ਅਕਾਲੀ ਜਿਹੜਾ ਸ਼ਬਦ ਹੈ ਇਹ ਬੜਾ ਢੁਕਵਾਂ ਹੈ ਤੇ ਇਹ ਸ਼ਬਦ ਤੁਹਾਡੇ ਅਖਬਾਰ ਦਾ ਜਿਹੜਾ ਹੈ ਇੱਕ ਸਾਡੇ ਲਈ ਵੀ ਪ੍ਰੇਰਨਾ ਸਰੋਤ ਹੈ। ਤਾਂ ਉਸ ਵੇਲੇ ਬਾਕੀ ਜਿਹੜੇ ਸਾਰੇ ਸੀ ਗੜਗੱਜ ਸਾਹਿਬ ਤੇ ਹੋਰ ਜਿੰਨੇ ਸੀ ਚੱਕਰਵਰਤੀ ਜਥੇ ਵਾਲੇ, ਉਦਣ ਤੋਂ ਉਹਨਾਂ ਨੇ ਚੱਕਰਵਰਤੀ ਜਥਾ ਨਾਂ ਬਦਲ ਕੇ ਬੱਬਰ ਅਕਾਲੀ ਜਥਾ ਨਾਂ ਰੱਖਿਆ। ਤੇ ਬੱਬਰ ਅਕਾਲੀ ਲਹਿਰ ਨੂੰ ਬੱਬਰ ਅਕਾਲੀ ਲਹਿਰ ਦਾ ਨਾਂ ਦੇਣ ਵਾਲੇ ਕੋਈ ਹੋਰ ਨਹੀਂ, ਕਰਮ ਸਿੰਘ ਬੱਬਰ ਯੋਧੇ ਸਨ। ਇਹ ਉਹਨਾਂ ਦੀ ਇੱਕ ਬੜੀ ਵੱਡੀ ਦੇਣ ਹੈ। ਦੇਖੋ, ਕਰਮ ਸਿੰਘ ਦੌਲਤਪੁਰ ਨੇ ਜਿਵੇਂ ਇੱਥੇ ਰਹਿ ਕੇ ਵੇਖ ਲਿਆ ਗਦਰ ਅਖਬਾਰ ਦੀ ਤਾਕਤ ਕੀ ਹੈ। ਗਦਰ ਕਵਿਤਾਵਾਂ ਲੋਕਾਂ ਦੇ ਮੂੰਹ 'ਤੇ ਚੜੀਆਂ ਹੋਈਆਂ। ਦਿਲਚਸਪ ਗੱਲ ਹੈ, ਗਦਰ ਪਾਰਟੀ ਦਾ ਨਾਮ ਹੀ ਗਦਰ ਪਾਰਟੀ ਨਹੀਂ ਸੀ, ਆਫੀਸ਼ੀਅਲੀ ਉਸ ਦਾ ਨਾਮ ਸੀ ਹਿੰਦੀ ਪੈਸੀਫਿਕ ਐਸੋਸੀਏਸ਼ਨ। ਬਿਲਕੁਲ। ਪਰ ਕਿਉਂਕਿ ਗਦਰ ਅਖਬਾਰ ਸ਼ੁਰੂ ਹੋਇਆ ਉਹ ਨਾਂ ਪੱਕ ਗਿਆ, ਸੋ ਗਦਰ ਪਾਰਟੀ ਨਾਂ ਪ੍ਰਚਲਿਤ ਹੋ ਗਿਆ।
ਇਹਨੇ ਬਿਨ ਇਹੀ ਬੱਬਰਕਾਰੀ ਲਹਿਰ ਨਾ ਹੋਇਆ। ਚੱਕਰਵਰਤੀ ਜੱਥਾ ਤੇ ਜਿਹੜਾ ਕਰਮ ਸਿੰਘ ਉਹਨਾਂ ਦਾ ਗਰੁੱਪ ਸੀ, ਜਦੋਂ ਇਹ ਇਕੱਠੇ ਰਲ ਗਏ, ਅਖਬਾਰ ਤੋਂ ਸੇਧ ਲੈ ਕੇ ਤੇ ਬੱਬਰਕਾਲੀ ਲਹਿਰ ਦੇ ਨਾਂ ਤੇ ਨਾਂ ਜਿਹੜਾ ਹੈ ਪ੍ਰਚਲਿਤ ਕਰ ਦਿੱਤਾ ਗਿਆ। ਸੋ ਇਹ ਉਹਨਾਂ ਦੀ ਪ੍ਰਾਪਤੀ ਸੀ। ਜਿਹੜੀ ਉਡਾਰੂ ਪ੍ਰੈਸ ਦੀ ਤੁਸੀਂ ਗੱਲ ਕੀਤੀ ਹੈ, ਇਹ ਸਾਡੇ ਅਜੋਕੇ ਸਮੇਂ ਦੇ ਪੱਤਰਕਾਰਾਂ ਲਈ ਸਿੱਖਣ ਵਾਲੀ ਗੱਲ ਹੈ ਜੀ। ਇੱਕ ਉਹ ਵੀ ਪੱਤਰਕਾਰ ਸੀ ਜਿਹੜੇ ਮਤਲਬ ਉਡਾਰੂ ਪ੍ਰੈਸ ਲੈ ਕੇ ਥਾਂ ਥਾਂ ਜਾ ਕੇ ਅਖਬਾਰਾਂ ਤਿਆਰ ਕਰਕੇ ਵੰਡਦੇ ਸੀਗੇ ਨਿਸ਼ਕਾਮ ਹੋ ਕੇ। ਤੁਸੀਂ ਤਾਂ ਅਖਬਾਰਾਂ ਕੱਢਦੇ ਹੋ ਮੁਨਾਫਾ ਬਣਾਉਣ ਦੀ ਖਾਤਰ, ਖਬਰ ਤਾਂ ਬਾਅਦ ਅਖਬਾਰ ਮਗਰੋਂ ਵਿਕਦੀ ਹੈ। ਅਖਬਾਰ ਛਪਣ ਤੋਂ ਪਹਿਲਾਂ ਤੁਹਾਡੀ ਜ਼ਮੀਰਾਂ ਵਿਕ ਜਾਂਦੀਆਂ, ਹਾਲਾਤ ਇਹ ਬਣੇ ਹੋਏ ਇਸ ਟਾਈਮ ਜੀ। ਸੋ ਉਹ ਵਾਲਾ ਜਜ਼ਬਾ ਹੀ ਨਹੀਂ ਗਾ ਵਾਲਾ। ਮਤਲਬ ਹੁਣ ਤਾਂ ਜਿਹਨੂੰ ਕਹਿੰਦੇ ਗੋਦੀ ਮੀਡੀਆ ਦਾ ਰਿਵਾਜ ਚੱਲਿਆ ਹੋਇਆ, ਇਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਕਈ ਅਖਬਾਰ ਤੁਸੀਂ ਵੇਖਣਾ ਉਹਨਾਂ ਦਿਨਾਂ 'ਚ ਡਰਾਮੇ ਕਰਨਗੇ, ਕਰਮ ਸਿੰਘ ਦੌਲਤਪੁਰ ਦਾ ਦਿਨ ਮਨਾਇਆ ਜਾ ਰਿਹਾ, ਉਹਦਾ ਇਸ਼ਤਿਹਾਰ ਲਾਉਣਗੇ। ਉਹਨਾਂ ਨੂੰ ਇਸ਼ਤਿਹਾਰ ਲਾਉਣ ਦਾ ਹੱਕ ਹੀ ਆ ਆਪਣੇ ਅਖਬਾਰਾਂ ਦੇ ਵਿੱਚ। ਤੁਸੀਂ ਉਹਨਾਂ ਦੀ ਸੋਚ ਤੋਂ ਉਲਟ ਜਾ ਕੇ ਗੋਦੀ ਮੀਡੀਆ ਬਣੇ ਹੋਏ ਹੋ। ਕੁੱਛੜ ਚੜੇ ਹੋਏ ਨਰਿੰਦਰ ਮੋਦੀ ਦੀ, ਕੈਪਟਨ ਅਮਰਿੰਦਰ ਸਿੰਘ ਦੀ, ਪਹਿਲਾਂ ਬਾਦਲਾਂ ਦੇ ਚੜੇ ਹੋਏ ਸੀਗੇ। ਸੋ ਇਹਨਾਂ ਲੋਕਾਂ ਨੂੰ ਕੋਈ ਹੱਕ ਨਹੀਂ ਕਰਮ ਸਿੰਘ ਦੌਲਤਪੁਰ ਬਾਰੇ ਇਹ ਗੱਲ ਵੀ ਕਰਨ। ਉਡਾਰੂ ਪ੍ਰੈਸ ਦੇ ਇਤਿਹਾਸ ਤੋਂ ਸਿੱਖ ਲਵੋ ਕਿ ਅੱਜ ਵੀ ਉਸ ਪੱਤਰਕਾਰੀ ਦਾ ਸਮਾਂ ਹੈ, ਸਮਾਂ ਮੰਗ ਕਰਦਾ ਕਿ ਉਹੋ ਜਿਹੀ ਪੱਤਰਕਾਰੀ ਸਾਨੂੰ ਚਾਹੀਦੀ ਹੈ ਜਿਹੜੀ ਲੋਕਾਂ ਦੇ ਹੱਕ 'ਚ ਭੁਗਤੇ। ਔਰ ਫਿਰ ਦੇਖੋ ਕਿ ਇਹ ਦ੍ਰਿੜਤਾ ਨਾਲ ਲੋਕਾਂ ਦੇ ਵਿੱਚ ਜਦੋਂ ਇਹ ਕੋਈ ਐਕਸ਼ਨ ਲੈਂਦੇ ਸੀ, ਕਿਸੇ ਟਾਊਟ ਦਾ ਸੌਦਾ ਲਾਉਂਦੇ ਸੀ, ਤੇ ਪੁਲਿਸ ਵਾਲੇ ਕਈ ਵਾਰੀ ਆ ਕੇ ਹਲ ਕਰਕੇ ਪਿੰਡਾਂ ਨੂੰ ਘੇਰਾ ਪਾ ਕੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ। ਇਹਨਾਂ ਨੇ ਜ਼ਿੰਮੇਵਾਰੀ ਲਈ ਕਿ ਅਸੀਂ ਕੀਤਾ। ਇਹ ਅਜੋਕੇ ਸਮੇਂ ਦੇ ਬੱਬਰਾਂ ਵਰਗੇ ਨਹੀਂ ਕਿ ਜਿਹੜੇ ਕਹਿੰਦੇ 50,000 ਹਿੰਦੂ ਨਹੀਂ ਮਾਰੇ, ਸਾਹ ਨਹੀਂ ਲਵਾਂਗੇ, ਤੇ ਆਪ ਕੁਛ ਕਰਨ ਜੋਗੇ ਹੈ ਨਹੀਂਗੇ। ਕਈ ਲਹੂ ਆਪਣਾ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣੇ ਫਿਰਦੇ। ਸੋ ਉਹਨਾਂ ਵਰਗੇ ਨਹੀਂ ਗੇ। ਜਿੱਥੇ ਲੋਕਾਂ ਨੂੰ ਪੁਲਿਸ ਦੇ ਕੁੱਟ ਦਾ ਡਰ ਹੁੰਦਾ ਸੀ, ਨਿੱਤਰ ਕੇ ਆਪ ਜਾਂਦੇ ਸੀ ਕਿ ਅਸੀਂ ਕਸੂਰਵਾਰ ਆ, ਸਾਡੇ ਨਾਲ ਗੱਲ ਕਰੋ। ਇੰਨਾ ਮਤਲਬ ਦ੍ਰਿੜ ਇਰਾਦਾ ਹੁੰਦਾ ਸੀ ਉਹਨਾਂ ਦਾ। ਸੋ ਉਹਨਾਂ ਦੇ ਇਤਿਹਾਸ ਦੇ ਉੱਤੇ ਕਬਜ਼ਾ ਕਰਨ ਵਾਲੀ ਗੱਲਾਂ ਕਰਨ ਵਾਲੇ ਜਿਹੜੇ ਲੋਕ ਨੇ, ਚਾਹੇ ਉਹ ਮੋਡਰੇਟ ਨੇ, ਚਾਹੇ ਖਾਲਿਸਤਾਨੀਆਂ ਜੋ ਬੱਬਰਾਂ ਦਾ ਕੋਈ ਲਾਣਾ ਬਣਿਆ ਫਿਰਦਾ ਇੱਥੇ, ਇਹ ਆਪ ਸੋਚ ਲੈਣਗੇ ਕਰਮ ਸਿੰਘ ਦੌਲਤਪੁਰ ਦੀ ਸੋਚ ਦੇ ਵਿੱਚ ਤੁਹਾਡੀ ਸੋਚ 'ਚ ਕਿੰਨਾ ਵੱਡਾ ਅੰਤਰ ਹੈ, ਇਸ ਦੇ ਬਾਰੇ ਵਿਚਾਰ ਕਰਨ। ਇੱਕ ਜਦੋਂ ਇਹਨਾਂ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਪਹਿਲਾਂ ਜਿਹੜੀ ਗੱਲ ਤੁਸੀਂ ਪ੍ਰੈਸ ਦੀ ਕੀਤੀ ਹੈ, ਇਹਦੇ 'ਤੇ ਰੁਕਣਾ ਚਾਹੀਦਾ ਸਾਨੂੰ, ਕਿਉਂਕਿ ਕੈਨੇਡਾ ਦੀ ਜਾਂ ਵਿਦੇਸ਼ਾਂ ਦੇ ਵਿੱਚ ਅਸੀਂ ਅਮਰੀਕਾ ਦੀ ਵੀ ਗੱਲ ਕਰ ਲਈਏ, ਜਦੋਂ ਗਦਰ ਇਤਿਹਾਸ ਵੀ ਗੱਲ ਕਰੀਏ ਜਾਂ ਆਜ਼ਾਦੀ ਦੇ ਇਤਿਹਾਸ ਦੀ ਗੱਲ ਕਰੀਏ, ਪੱਤਰਕਾਰ ਜਿਹੜੇ ਸੀ ਉਹ ਕਿਸ ਤਰ੍ਹਾਂ ਦੇ ਨਿਸ਼ਕਾਮ ਸੇਵਾ ਵਾਲੇ ਸੀ। ਪੱਤਰਕਾਰੀ ਦੀ ਜਿਹੜੀ ਸੋਚ ਸੀ ਉਹ ਜਜ਼ਬੇ ਦੀ ਸੋਚ ਸੀ, ਮੁਨਾਫੇ ਦੀ ਸੋਚ ਨਹੀਂ ਸੀ, ਉਹ ਵਪਾਰ ਨਹੀਂ ਸੀ। ਵਪਾਰ ਕਰਨ ਨੂੰ ਹੋਰ ਬਹੁਤ ਅਦਾਰੇ ਨੇ, ਇਹ ਪੱਤਰਕਾਰੀ ਨਹੀਂ ਹੈ। ਸੋ ਪਹਿਲਾ ਜਿਹੜਾ ਯੋਧਾ ਆਉਂਦਾ ਹੈ ਸ਼ਹੀਦ ਹਰਨਾਮ ਸਿੰਘ ਕਾਰੀਸਾਰੀ, ਉਹ ਵੀ ਇੱਕ ਪੱਤਰਕਾਰ ਹੈ। ਕੈਨੇਡਾ ਦਾ ਪਹਿਲਾ ਪੱਤਰਕਾਰ ਸੁਦੇਸ਼ ਸੇਵਕ ਦਾ, ਉਹ ਵੀ ਸ਼ਹੀਦ ਹੈ। ਸਾਡਾ ਪਹਿਲਾ ਪੱਤਰਕਾਰ ਜਿਹੜਾ ਅਸਲੀ ਸ਼ਹੀਦਾਂ ਨੂੰ, ਨਕਲੀ ਨਹੀਂ, ਜਾਲੀ ਸ਼ਹੀਦ ਨਹੀਂ, ਸੱਚਮੁੱਚ ਦੇ ਸ਼ਹੀਦ, ਬਿਲਕੁਲ, ਉਹ ਪੱਤਰਕਾਰ ਹੋਇਆ। ਉਸ ਤੋਂ ਬਾਅਦ ਕਰਤਾਰ ਸਿੰਘ ਸਰਾਭਾ 1913-14 ਦੇ ਵਿੱਚ ਜਦੋਂ ਗਦਰ ਅਖਬਾਰ ਨਿਕਲਦਾ ਹੈ, ਉਹਦੇ ਪੰਜਾਬੀ ਸੈਕਸ਼ਨ ਦੇ ਮੁਖੀ ਤੇ ਪੱਤਰਕਾਰ ਕਰਤਾਰ ਸਿੰਘ ਸਰਾਭਾ ਪੱਤਰਕਾਰੀ ਵੀ ਕਰਦਾ ਤੇ ਉਹ ਵੀ ਜਾ ਕੇ ਸ਼ਹੀਦ ਹੁੰਦਾ। ਕਰਮ ਸਿੰਘ ਦੌਲਤਪੁਰ ਜਿਹੜੇ ਖੁਦ ਇੱਕ ਜਰਨਲਿਸਟ, ਇੱਕ ਪੱਤਰਕਾਰ, ਜਿਨ੍ਹਾਂ ਨੇ ਬੱਬਰ ਅਕਾਲੀ ਦੁਆਬਾ ਅਖਬਾਰ ਕੱਢਿਆ, ਉਹ ਪੱਤਰਕਾਰ ਵੀ ਸੀ ਤੇ ਨਾਲ ਉਹਨਾਂ ਨੇ ਕੁਰਬਾਨੀ ਕੀਤੀ, ਜਾਨ ਦੀ ਬਾਜ਼ੀ ਲਾ ਦਿੱਤੀ, ਸ਼ਹਾਦਤ ਪਾਈ। ਸੋ ਇਹ ਤਾਂ ਸਾਡਾ ਵਿਰਸਾ ਹੈ। ਕੈਨੇਡਾ ਦੇ ਨਾਲ ਸੰਬੰਧ ਤੇ ਦੋਹੇ ਹੀ, ਚਾਹੇ ਹਰਨਾਮ ਸਿੰਘ ਤੇ ਚਾਹੇ ਕਰਮ ਸਿੰਘ, ਇਹਨਾਂ ਦੀ ਗੱਲ ਅਸੀਂ ਕਰੀਏ, ਇਹਨਾਂ ਯੋਧਿਆਂ ਤੋਂ ਅੱਜ ਸਾਨੂੰ ਜਿਹੜਾ ਅੱਜ ਦਾ ਮੀਡੀਆ, ਖਾਸ ਤੌਰ 'ਤੇ ਅਸੀਂ ਸੇਧ ਲਈਏ, ਅਸੀਂ ਜਦੋਂ ਹਮੇਸ਼ਾ ਹੀ ਆਪਣੀ ਰਚਨਾ ਨੂੰ, ਆਪਣੀ ਲਿਖਤ ਨੂੰ ਜਾਂ ਆਪਣੇ ਅਖਬਾਰਾਂ ਨੂੰ ਸਿਰਫ ਤੇ ਸਿਰਫ ਇਸ ਬਿਜ਼ਨਸ ਵਪਾਰ ਸੋਚ ਦੇ ਅਨੁਸਾਰ ਚਲਾਉਣੇ ਆ, ਤੇ ਅਸੀਂ ਇੱਥੇ ਆ ਕੇ ਰੁਕ ਜਾਂਦੇ ਹਾਂ ਕਿ ਅਸੀਂ ਇਸ ਵੇਲੇ ਜਿਹੜਾ ਹੈ ਇਹਨਾਂ ਦੀ ਗੱਲ ਨਹੀਂ ਕਰਨੀ ਕਿਉਂਕਿ ਫਲਾਨੀ ਹਕੂਮਤ ਨੂੰ ਚੁੱਭਦੀ ਹੈ। ਇਹਦਾ ਮਤਲਬ ਸਾਡੇ ਮਨ ਦੇ ਅੰਦਰ ਇਹਨਾਂ ਯੋਧਿਆਂ ਦੇ ਪ੍ਰਤੀ ਸਤਿਕਾਰ ਨਹੀਂ, ਅਸੀਂ ਇਹਨਾਂ ਦੇ ਨਾਲ ਜਿਸ ਤਰ੍ਹਾਂ ਦੀ ਬੇਈਮਾਨੀ, ਅਹਿਸਾਨ ਫਰਾਮੋਸ਼ੀ ਕਰ ਰਹੇ ਹਾਂ, ਇਹ ਇਤਿਹਾਸ ਦਾ ਕਲੰਕ ਆਪਣੇ ਮੱਥੇ ਲਵਾ ਰਹੇ ਹਾਂ। ਕਲੰਕ ਤਾਂ ਉਦੋਂ ਲੱਗ ਗਿਆ ਸੀ ਜਦੋਂ ਇਹਨਾਂ ਨੂੰ ਵਿਸਾਰ ਕੇ ਤੇ ਇੱਕ ਜਾਲੀ ਪੱਤਰਕਾਰ ਨੂੰ ਬਹੁਤ ਵੱਡਾ ਕੌਮ ਦਾ ਸਰਮਾਇਆ ਦੱਸਿਆ ਗਿਆ, ਜਿਹਦੇ ਬਾਰੇ ਹੁਣ ਵੀ ਕਿਹਾ ਜਾਂਦਾ ਕਿ ਜੀ ਸਾਡੇ ਕੌਮ ਦੇ ਬੜੇ ਵੱਡੇ ਸਿਰਮੌਰ ਪੱਤਰਕਾਰ ਨੇ, ਉਹਨਾਂ ਦਾ ਬੜਾ ਨਾਂ ਧਰੂ ਤਾਰੇ ਵਾਂਗੂ ਚਮਕਦਾ, ਉਹਨਾਂ ਨੂੰ ਸ਼ਹੀਦ ਵੀ ਕਿਹਾ ਜਾ ਰਿਹਾ। ਪਤਾ ਨਹੀਂ ਸਿਆਸੀ ਕਾਰਨਾਂ ਕਰਕੇ ਮਰੇ ਜਾਂ ਨਿੱਜੀ ਕਾਰਨਾਂ ਕਰਕੇ ਮਰੇ, ਇਹ ਵੀ ਨਹੀਂ ਕਲੀਅਰ ਹੋਈ ਗੱਲ ਅਜੇ। ਹਾਲਾਂਕਿ ਅਸੀਂ ਉਸ ਕਤਲ ਦੇ ਖਿਲਾਫ ਹਾਂ, ਹੋਣਾ ਵੀ ਚਾਹੀਦਾ, ਪਰ ਸਵਾਲ ਇਹ ਪੈਦਾ ਹੁੰਦਾ ਕਿ ਵੀ ਤੁਸੀਂ ਉਹਦਾ ਬਿੰਬ ਨਾ ਉਭਾਰ ਦਿੱਤਾ। ਉਹੋ ਜਿਹੇ ਪੱਤਰਕਾਰਾਂ ਜਿਹੜੇ ਕਿ ਮਤਲਬ ਜਿਨ੍ਹਾਂ ਦੀ ਸ਼ਬਦਾਵਲੀ ਐਡੀ ਭੈੜੀ ਸੀ। ਉਹ ਤੇਲ ਦੇਖੋ, ਤੇਲ ਦੀ ਧਾਰ ਵੇਖੋ ਵਾਲੀ ਇਹਨਾਂ ਦੀ ਪਾਲਿਸੀ ਰਹੀ ਹੈ। ਪਹਿਲਾਂ ਬੱਬਰਾਂ ਦੇ ਗੋਗੇ ਗਾਉਂਦੇ ਰਹੇ ਨੇ, ਤਲਵਿੰਦਰ ਸਿੰਘ ਪਰਮਾਰ ਨੂੰ ਜਿੰਦਾ ਸ਼ਹੀਦ ਦਾ ਖਿਤਾਬ, ਬਾਅਦ ਜਦੋਂ ਦੂਜੇ ਪਾਸੇ ਚਲੇ ਗਏ ਫਿਰ ਭਾਰਤ ਪੱਖੀ ਹੋ ਨਿਬੜੇ, ਅੱਜ ਉਹ ਭਾਰਤ ਦੇ ਗੋਗੇ ਗਾਉਂਦੇ ਫਿਰਦੇ ਉਹਨਾਂ ਦੇ ਜਿਹੜੇ ਪੈਰੋਕਾਰ ਨੇ। ਸੋ ਇਹ ਜਿਹੜੇ ਇਹੋ ਜਿਹੇ ਜਾਲੀ ਕਿਸਮ ਦੇ ਸ਼ਹੀਦ, ਜਾਲੀ ਪੱਤਰਕਾਰ ਜਿਹੜੇ ਆ, ਉਹ ਸਾਡੇ ਵਿਰਸੇ ਦਾ ਹਿੱਸਾ ਨਹੀਂ। ਸਾਡੇ ਵਿਰਸੇ ਦਾ ਹਿੱਸਾ ਨੇ ਕਰਮ ਸਿੰਘ ਦੌਲਤਪੁਰ ਜਾਂ
ਜਿਹੜੇ ਹਰਨਾਮ ਸਿੰਘ ਕਾਲੀਸਾਰੀ ਤੇ ਕਰਤਾਰ ਸਿੰਘ ਸਰਾਭਾ ਵਰਗੇ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤੁਸੀਂ ਸਾਰੇ ਵਿਸ਼ੇ ਨੂੰ ਸਾਂਝਾ ਕੀਤਾ, ਹਾਰਦਿਕ ਧੰਨਵਾਦ। ਸ਼ੁਕਰੀਆ। ਸੋ 1 ਸਤੰਬਰ ਦਾ ਦਿਨ ਸਨ 1923 ਬਵੇਲੀ ਦੇ ਵਿੱਚ, ਜਿੱਥੇ ਇਹਨਾਂ ਯੋਧਿਆਂ ਦੀ ਜਿਹੜੇ ਬੱਬਰ ਅਕਾਲੀ ਸਨ ਸ਼ਹਾਦਤ ਹੋਈ, ਜਿਨ੍ਹਾਂ ਦੇ ਵਿੱਚੋਂ ਕਰਮ ਸਿੰਘ ਦੌਲਤਪੁਰ ਤੇ ਉਹਨਾਂ ਦੇ ਸਾਥੀ, ਜਿਨ੍ਹਾਂ ਨੂੰ ਅੱਜ ਯਾਦ ਕਰਦੇ ਹਾਂ ਕਿਉਂਕਿ ਅਸੀਂ ਕੈਨੇਡਾ ਦੀ ਧਰਤੀ ਤੇ ਬੈਠੇ ਹਾਂ। ਮੈਨੂੰ ਮਾਣ ਹੈ ਕਿ ਉਸੇ ਐਬਸਪੋਰਟ ਸ਼ਹਿਰ ਦੇ ਵਿੱਚ ਜਦੋਂ ਉਸ ਜਗ੍ਹਾ ਦੇ ਮੂਹਰ ਦੀ ਲੰਘੀ ਦਾ, ਜਿੱਥੇ ਕਰਮ ਸਿੰਘ ਦੌਲਤਪੁਰ ਦੇ ਜਿਹੜੇ ਕਦਮ ਸਨ ਪਏ ਸਨ, ਜਿਹੜੀ ਜ਼ਮੀਨ ਉਹਨਾਂ ਦੀ ਆਪਣੀ ਸੀ, ਜਿੱਥੇ ਗੁਰਦੁਆਰਾ ਸਾਹਿਬ ਉਸਰਿਆ, ਤਾਂ ਮਨ ਭਰ ਆਉਂਦਾ ਅਤੇ ਮਨ ਦੇ ਵਿੱਚ ਜਜ਼ਬਾ ਆਉਂਦਾ ਕਿ ਏਡੇ ਵੱਡੇ ਸ਼ਹੀਦ ਪੱਤਰਕਾਰ, ਗਦਰੀ ਯੋਧੇ, ਬਾਬੇ ਬੱਬਰ ਅਕਾਲੀ, ਅੱਜ ਅਸੀਂ ਉਹਨਾਂ ਥਾਵਾਂ 'ਤੇ ਕਬਜ਼ੇ ਤਾਂ ਕੀਤੇ ਹੋਏ ਨੇ, ਪਰ ਉਹਨਾਂ ਦੇ ਸੁਪਨਿਆਂ ਨੂੰ, ਅਸੀਂ ਖਿਆਲਾਂ ਨੂੰ ਜਿਸ ਤਰ੍ਹਾਂ ਉਹਨਾਂ ਦੇ ਨਾਲ ਖਿਲਵਾੜ ਕਰ ਰਹੇ ਹਾਂ। ਲਾਹਨਤ ਹੈ, ਅਸੀਂ ਗੁਰਦੁਆਰਿਆਂ ਦੀਆਂ ਚੋਣਾਂ, ਵੋਟਾਂ, ਰਾਜਨੀਤੀ, ਕਬਜ਼ੇ, ਇਹਦੇ ਵਿੱਚ ਗੁਆਚੇ ਹੋਏ ਹਾਂ। ਅਸੀਂ ਉਹਨਾਂ ਤਾਕਤਾਂ ਦੇ ਟੁੱਕੜ ਬੋਝ ਬਣ ਜਾਂਦੇ ਹਾਂ, ਉਹਨਾਂ ਦੇ ਸਵਾਗਤ ਲਈ ਪੱਬਾਂ ਭਾਰ ਹੋ ਜਾਂਦੇ ਹਾਂ, ਜਿਹੜੇ ਫਾਸ਼ੀਵਾਦੀ, ਮਨੂਵਾਦੀ ਜਾਂ ਉਹਨਾਂ ਅੱਜ ਦੇ ਜਿਹੜੇ ਜ਼ੁਲਮ ਦੇ ਪ੍ਰਤੀਕ ਨੇ। ਜੇ ਬੱਬਰ ਅਕਾਲੀਆਂ ਦੇ ਜਾਂ ਕਰਮ ਸਿੰਘ ਦੌਲਤਪੁਰ ਦੇ ਸੱਚਮੁੱਚ ਵਾਰਸ ਬਣਨਾ ਹੈ, ਤਾਂ ਪਹਿਲਾ ਫੈਸਲਾ ਇਹ ਕਰੀਏ ਕਿ ਅਸੀਂ ਅੱਜ ਵੀ ਨਸਲਵਾਦ ਦੇ ਖਿਲਾਫ ਲੜੀਏ, ਜਿਵੇਂ ਉਹਨਾਂ ਕੈਨੇਡਾ ਦੇ ਇਸ ਨਸਲਵਾਦ ਦੇ ਜਾਂ ਦੁਨੀਆ ਦੇ ਨਸਲਵਾਦ ਦੇ ਖਿਲਾਫ ਜੰਗ ਕੀਤੀ। ਅੱਜ ਵੀ ਬਸਤੀਵਾਦ ਹੈ, ਉਸ ਵੇਲੇ ਗੋਰੇ ਅੰਗਰੇਜ਼ ਸਨ, ਅੱਜ ਕਾਲੇ ਅੰਗਰੇਜ਼ ਸਾਡੇ ਮੁਲਕ 'ਤੇ ਵੀ ਨੇ। ਉਸ ਬਸਤੀਵਾਦ ਦੇ ਖਿਲਾਫ ਲੜੀਏ ਜਿਹੜੇ ਕਿ ਨਵੇਂ ਕਿਸਮ ਦੇ ਕਾਰਪੋਰੇਟ ਘਰਾਣੇ ਨੇ। ਅੱਜ ਵੀ ਉਸ ਤਰ੍ਹਾਂ ਦੇ ਹਕੂਮਤੀ ਦਬਾਅ ਨੇ ਪੱਤਰਕਾਰਾਂ 'ਤੇ, ਜਾਂ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਜਾਂ ਉਹਨਾਂ 'ਤੇ ਤਸ਼ੱਦਦ ਹੋ ਰਿਹਾ, ਉਹਨਾਂ ਦੇ ਹੱਕ 'ਚ ਆਵਾਜ਼ ਸੁਣਾਈਏ, ਬੁਲਾਈਏ ਅਤੇ ਉਹਨਾਂ ਦੇ ਵਰਗਾ ਬਣਨ ਦੀ ਕੋਸ਼ਿਸ਼ ਕਰੀਏ। ਜੇ ਕਰਮ ਸਿੰਘ ਦੌਲਤਪੁਰ ਇੱਥੇ ਆ ਕੇ ਇੱਥੇ ਆਪਣਾ ਜ਼ਮੀਨ ਜਾਇਦਾਦ ਕਾਇਮ ਕਰਕੇ ਫਿਰ ਇੱਥੋਂ ਛੱਡ ਕੇ ਸ਼ਹਾਦਤ ਦਾ ਜਾਮ ਪੀ ਲੈਣੇ ਨੇ, ਤਾਂ ਅਸੀਂ ਕੇਵਲ ਇੰਨਾ ਵੀ ਨਹੀਂ ਕਰ ਸਕਦੇ ਕਿ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰੀਏ। ਅੱਜ ਸਾਨੂੰ ਲੋੜ ਹੈ ਇਹਨਾਂ ਦਿਨਾਂ ਨੂੰ ਯਾਦ ਕਰਨ ਦੀ। ਗੁਰਦੁਆਰਿਆਂ ਨੂੰ ਇਹਨਾਂ ਥਾਵਾਂ 'ਤੇ ਆਪਣੀ ਇਕੱਤਰਤਾ ਦੇ ਵਿੱਚ ਇਹ ਦਿਨ ਮਨਾਉਣੇ ਚਾਹੀਦੇ ਨੇ। ਉਹ ਅਗਾਂਹ ਵਧੂ ਧਿਰਾਂ ਜਿਹੜੀਆਂ ਮੇਲੇ ਕਰਾਉਂਦੀਆਂ ਨੇ, ਜਸ਼ਨ ਮਨਾਉਂਦੀਆਂ ਨੇ, ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਵਾਰਸ ਹਾਂ ਗਦਰੀ ਬਾਬਿਆਂ ਦੇ, ਉਹਨਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ ਜਦੋਂ ਜ਼ੁਲਮ ਹੋ ਰਿਹਾ ਹੈ, ਆਵਾਜ਼ ਨਹੀਂ ਉਠਾਈ ਜਾ ਰਹੀ। ਉਹ ਕਰਮ ਸਿੰਘ ਦੌਲਤਪੁਰ ਨੂੰ ਕੀ ਯਾਦ ਕਰਨਗੇ? ਅੱਜ ਲੋੜ ਹੈ ਅਸੀਂ ਸਾਰੇ ਇਹਨਾਂ ਯੋਧਿਆਂ ਨੂੰ ਚੇਤੇ ਕਰੀਏ, ਉਹਨਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਯਾਦ ਕਰੀਏ, ਜਿਨ੍ਹਾਂ ਦੇ ਸਦਕਾ ਅੱਜ ਇੱਥੇ ਬੈਠੇ ਨੇ। ਇਹ ਸ਼ੇਰਾਂ ਦੀਆਂ ਮਾਰਾਂ ਅਤੇ ਗਿੱਦੜਾਂ ਦੀਆਂ ਕਲੋਲਾਂ ਨੇ। ਅੱਜ ਜਿਹੜੇ ਕਾਬਜ਼ ਹੋਏ ਧਿਰਾਂ ਦੇ ਲੋਕ ਇਹਨਾਂ ਸਥਾਨਾਂ 'ਤੇ ਬੈਠੇ ਨੇ, ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਕਰਮ ਸਿੰਘ ਦੌਲਤਪੁਰ ਜਾਂ ਹਰਨਾਮ ਸਿੰਘ ਕਾਲੀਸਾਰੀ ਜਾਂ ਭਾਈ ਮੇਵਾ ਸਿੰਘ ਜੀ ਜਾਂ ਬਲਵੰਤ ਸਿੰਘ ਜੀ ਜਾਂ ਭਾਗ ਸਿੰਘ ਜੀ, ਬਤਨ ਸਿੰਘ ਜੀ ਜਾਂ ਅਨੇਕਾਂ ਹੋਰ, ਉਹਨਾਂ ਦੀ ਮਹਾਨ ਦੇਣ ਸਦਕਾ ਸਾਡੀ ਹੋਂਦ ਹੈ। ਅਤੇ ਸਾਹਿਤਕਾਰ ਜਿਹੜੇ ਸਰਕਾਰੀ ਟੁੱਕੜ ਬੋਚ ਬਣ ਕੇ ਹਕੂਮਤ ਦੇ ਗੋਗੇ ਗਾਉਂਦੇ ਨੇ, ਜਿਹੜੇ ਕਹਿੰਦੇ ਨੇ ਕਿ ਗਦਰ ਲਹਿਰ ਦੀਆਂ ਕਵਿਤਾਵਾਂ 'ਚ ਕੋਈ ਰਸ ਨਹੀਂ ਹੈ, ਉਹ ਰਸ ਤੁਹਾਡੀਆਂ ਕਵਿਤਾਵਾਂ 'ਚ ਆ ਹੀ ਨਹੀਂ ਸਕਦਾ। ਤੁਸੀਂ ਤਾਂ ਉਹ ਲੋਕ ਹੋ ਜਿਨ੍ਹਾਂ ਨੂੰ ਆਪਣੀਆਂ ਰਚਾਈਆਂ ਲੀਲਾਵਾਂ ਦੇ ਵਿੱਚੋਂ ਵੀ 2 ਸ਼ਬਦ ਜ਼ੁਬਾਨੀ ਯਾਦ ਨਹੀਂ, ਪਰ ਗਦਰੀ ਬਾਬਿਆਂ ਦੀ ਕਵਿਤਾ ਅੱਜ ਲੋਕਾਂ ਨੂੰ ਯਾਦ ਹੈ। ਬਾਹਰ ਪੈਣ ਧੱਕੇ ਘਰੇ ਮਿਲੇ ਢੋਈ ਨਾ, ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ, ਜਾਂ ਬਣੀ ਸਿਰ ਸ਼ੇਰਾਂ ਕੀ ਜਾਣਾ ਭੱਜ ਕੇ, ਜਾਂ ਗਦਰ ਲਹਿਰ ਦੇ ਉਹ ਸ਼ਬਦ ਜਿਹੜੇ ਸਾਡੇ ਮਨਾਂ 'ਚ ਚਿਤਵੇ ਹੋਏ ਨੇ, ਉਹ ਅੱਜ ਵੀ ਲੋਕਾਂ ਨੂੰ ਯਾਦ ਨੇ। ਸੋ ਇਉਂ ਨਹੀਂ ਕਿ ਉਹਨਾਂ ਦੀ ਕਵਿਤਾ ਜਿਹੜੀ ਹੈ ਲੋਕ ਮਨਾਂ ਦੀ ਨਹੀਂ, ਉਹ ਲੋਕਾਂ ਦੀ ਰਚਨਾ ਹੈ। ਸੋ ਕਰਮ ਸਿੰਘ ਦੌਲਤਪੁਰ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸਰੋਤ ਹੈ, ਅਤੇ ਉਹ ਸ਼ਹਾਦਤ ਨੂੰ ਯਾਦ ਕਰਨਾ ਸਾਡਾ ਮੂਲ ਫਰਜ਼ ਬਣਦਾ ਹੈ। ਬਹੁਤ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।